ਗੁਰੂ ਸਾਹਿਬ ਜੀ। ਧੰਨ ਵਾਹਿਗੁਰੂ ਸਾਹਿਬ ਜੀ। ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ। ਡਿਠੈ ਮੁਕਤ ਨਾ ਹੋਵਈ, ਜਿਚਰ ਸ਼ਬਦ ਨਾ ਕਰੇ ਵਿਚਾਰ। ਡਿਠੈ ਮੁਕਤ ਨਾ ਹੋਵਈ, ਜਿਚਰ ਸ਼ਬਦ ਨਾ ਕਰੇ ਵਿਚਾਰ। ਵਾਹਿਗੁਰੂ ਸਾਹਿਬ ਜੀ। ਭੁਗਤ ਗਿਆਨ ਦਇਆ ਭੰਡਾਰਨ, ਘਟ ਘਟ ਵਾਜੈ ਨਾਦ। ਆਪ ਨਾਥ ਨਾਥੀ ਸਭ ਜਾ ਕੀ, ਰਿੱਧ ਸਿੱਧ ਅਵਰਾ ਸਾਧ। ਸੰਜੋਗ ਵਿਜੋਗ ਦੋਏ ਕਾਰ ਚਲਾਵੈ, ਲਿਖੇ ਆਵੈ ਭਾਗ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ। ਜੁਗ ਜੁਗ ਏਕੋ ਵੇਸ, ਆਦੇਸ ਤਿਸੈ ਆਦੇਸ। ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਪਰਮ ਸਨਮਾਨਯੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਹਾਜ਼ਰੀ ਭਰ ਰਹੇ ਸਤਿਗੁਰੂ ਜੀ ਦੀ ਗੋਦ ਵਿੱਚ ਜੁੜ ਬੈਠੇ ਸਤਿਕਾਰਯੋਗ ਗੁਰੂ ਪਿਆਰੇ ਸਵਾਰੇ ਸਤ ਸੰਗੀ ਜਨੋ, ਆਓ ਸਤਿਗੁਰੂ ਜੀ ਦੀ ਪਾਵਨ ਬਾਣੀ ਨਾਲ ਵਿਚਾਰਾਂ ਦੀ ਸਾਂਝ ਪਾਈਏ। ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਆਪਣੀ ਰਸਨਾ ਨੂੰ ਕਰੀਏ ਪਵਿੱਤਰ। ਪਿਆਰ ਨਾਲ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੀ ਪਾਵਨ ਬਾਣੀ ਜਪਜੀ ਸਾਹਿਬ ਜੀ ਦੇ ਵਿੱਚੋਂ 29 ਨੰਬਰ ਪਾਵਨ ਪੌੜੀ ਦਾ ਪਾਠ ਸਰਵਣ ਕੀਤਾ ਹੈ। ਇਸ ਤੋਂ ਪਹਿਲਾਂ 28 ਨੰਬਰ ਪਾਵਨ ਪੌੜੀ ਦੀ ਵਿਚਾਰ ਸਾਂਝੀ ਕੱਲ੍ਹ ਦੇ ਦੀਵਾਨਾਂ ਵਿੱਚ ਕੀਤੀ ਸੀ, ਜਿਸ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਜੋਗੀ ਨੂੰ ਬਾਹਰਲੇ ਭੇਖ ਤੋਂ ਮਨ੍ਹਾ ਕਰਦਿਆਂ ਹੋਇਆਂ ਵਰਜਦਿਆਂ ਹੋਇਆਂ ਜੀਵਨ ਦੇ ਵਿੱਚ ਗੁਣ ਵਸਾਉਣ ਵਾਸਤੇ ਉਪਦੇਸ਼ ਬਖਸ਼ਿਸ਼ ਕੀਤਾ ਸੀ। ਗੁਰੂ ਨਾਨਕ ਸਾਹਿਬ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਸੀ ਕਿ ਭਾਈ ਬਾਹਰੀ ਤੌਰ 'ਤੇ ਪਹਿਰਾਵਾ ਪਾਉਣ ਦੇ ਨਾਲ, ਕੰਨਾਂ 'ਚ ਮੁੰਦਰਾਂ ਪਾਉਣ ਦੇ ਨਾਲ, ਸਰੀਰ 'ਤੇ ਸੁਆਹ ਮਲ ਲੈਣ ਦੇ ਨਾਲ, ਹੱਥ ਵਿੱਚ ਖੱਪਰ ਫੜ ਲੈਣ ਦੇ ਨਾਲ ਤੇਰਾ ਮਿਲਾਪ ਪਰਮੇਸ਼ਰ ਨਾਲ ਨਹੀਂ ਹੋ ਸਕਦਾ ਹੈ। ਜੇਕਰ ਤੂੰ ਸੱਚਮੁੱਚ ਅਕਾਲ ਪੁਰਖ ਦੇ ਨਾਲ ਜੁੜਨਾ ਚਾਹੁੰਦਾ ਹੈ, ਉਸ ਪ੍ਰਭੂ ਦੀ ਪ੍ਰਾਪਤੀ ਚਾਹੁੰਦਾ ਹੈ, ਤੇ ਆਪਣੇ ਜੀਵਨ ਦੇ ਵਿੱਚ ਸੰਤੋਖ ਲੈ ਕੇ ਆ, ਜੀਵਨ ਵਿੱਚ ਮਿਹਨਤ ਲੈ ਕੇ ਆ, ਕਿਰਤ ਕਰ। ਆਪਣੇ ਜੀਵਨ ਨੂੰ ਉਸ ਮਾਲਕ ਪ੍ਰਭੂ ਦੇ ਚਰਨਾਂ ਦੇ ਨਾਲ ਜੋੜ, ਉਹਦੇ ਗੁਣਾਂ ਦੇ ਨਾਲ ਜੋੜ, ਉਹਦੇ ਗੁਣਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ। ਉਸ ਪਰਮੇਸ਼ਰ 'ਤੇ ਭਰੋਸਾ ਰੱਖ, ਵਿਸ਼ਵਾਸ ਰੱਖ, ਸ਼ਰਧਾ ਰੱਖ, ਤੇ ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਹੀ ਪ੍ਰਣਾਮ ਕਰ, ਉਹਦੇ ਅੱਗੇ ਨਮਸਕਾਰ ਕਰ, ਜਿਹੜਾ ਪਵਿੱਤਰ ਹੈ, ਜਿਹੜਾ ਸ਼ੁਰੂ ਤੋਂ ਹੈ, ਜਿਹੜਾ ਮੁੱਢ ਤੋਂ ਹੈ, ਜਿਹੜਾ ਕਦੇ ਵੀ ਨਾਸ਼ ਨਹੀਂ ਹੁੰਦਾ,
ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਆਪਣਾ ਸੀਸ ਝੁਕਾ, ਫਿਰ ਤੇਰੇ ਜੀਵਨ ਦੇ ਅੰਦਰ ਉਹ ਮਾਲਕ ਪ੍ਰਭੂ ਦਾ ਵਾਸਾ ਹੋ ਜਾਵੇਗਾ। ਅੱਜ ਪਾਤਸ਼ਾਹ ਜੀ ਉਸੇ ਹੀ ਜੋਗੀ ਦੇ ਫਿਰਕੇ ਦੀ ਗੱਲ ਕਰਦੇ ਨੇ, ਉੱਥੇ ਸਾਨੂੰ ਵੀ ਉਪਦੇਸ਼ ਬਖਸ਼ਿਸ਼ ਕਰਦੇ ਨੇ। ਗੁਰੂ ਪਿਆਰ ਵਾਲਿਓ, ਸਤਿਗੁਰੂ ਜੀ ਨੇ ਆਪਣੀ ਬਾਣੀ ਅੰਦਰ ਦੂਸਰੇ ਫਿਰਕੇ ਦੇ ਲੋਕਾਂ ਨੂੰ ਵੀ ਜਿੱਥੇ ਉਪਦੇਸ਼ ਕੀਤਾ ਨਾ, ਉੱਥੇ ਇਹ ਉਪਦੇਸ਼ ਸਾਡੇ ਵਾਸਤੇ ਵੀ ਹੈ। ਗੁਰਬਾਣੀ ਦੀ ਵਿਚਾਰ, ਗੁਰਬਾਣੀ ਦਾ ਜਿਹੜਾ ਸੁਨੇਹਾ ਹੈ, ਇਹ ਸਾਰਿਆਂ ਵਾਸਤੇ ਸਾਂਝਾ ਹੈ। ਉਹ ਕਿਸੇ ਵੀ ਧਰਮ ਵਿੱਚ ਰਹਿੰਦਾ ਹੋਵੇ, ਕਿਸੇ ਵੀ ਦੇਸ਼ ਦੇ ਵਿੱਚ ਰਹਿੰਦਾ ਹੋਵੇ, ਕਿਸੇ ਵੀ ਨਸਲ ਜਾਤ ਦਾ ਮਨੁੱਖ ਹੋਵੇ, ਹਰੇਕ ਨੂੰ ਜਿਹੜੀ ਸਤਿਗੁਰੂ ਦੀ ਬਾਣੀ ਉਪਦੇਸ਼ ਕਰਦੀ ਹੈ। ਪਾਤਸ਼ਾਹ ਜੀ ਅੱਜ ਪਾਵਨ ਪੌੜੀ ਵਿੱਚ ਬਚਨ ਕਰਦੇ ਨੇ, ਭੁਗਤ ਗਿਆਨ। ਭੁਗਤ ਦਾ ਅਰਥ ਕੀ ਹੁੰਦਾ? ਚੂਰਮਾ। ਜੋਗੀ ਲੋਕ ਨਾ ਆਪਣੇ ਫਿਰਕੇ ਦੇ ਵਿੱਚ ਚੂਰਮਾ ਵਰਤਾਉਂਦੇ ਆ, ਤੇ ਮਾਲਿਕ ਜੀ ਕਹਿੰਦੇ ਨੇ ਭੁਗਤ ਗਿਆਨ। ਹੇ ਜੋਗੀ, ਜਿਹੜਾ ਤੂੰ ਆਪਣੇ ਫਿਰਕੇ ਦੇ ਅੰਦਰ ਚੂਰਮਾ ਵਰਤਾਉਂਦਾ ਆ, ਚੂਰਮਾ ਦਿੰਦਾ ਆ, ਮਾਲਿਕ ਜੀ ਕਹਿੰਦੇ ਅਕਾਲ ਪੁਰਖ ਦੇ ਗਿਆਨ ਨੂੰ ਤੂੰ ਚੂਰਮਾ ਬਣਾ। ਤੇਰੇ ਵਾਸਤੇ ਚੂਰਮਾ ਕੀ ਹੋਵੇ? ਅਕਾਲ ਪੁਰਖ ਦਾ ਗਿਆਨ, ਅਕਾਲ ਪੁਰਖ ਦੀ ਸਰਵ ਵਿਆਪਕਤਾ ਦਾ ਗਿਆਨ, ਅਕਾਲ ਪੁਰਖ ਦੀ ਸਮਝ ਸੋਝੀ, ਇਹ ਹੋਵੇ ਚੂਰਮਾ। ਮਾਲਿਕ ਜੀ ਕਹਿੰਦੇ ਜਿਸ ਤਰ੍ਹਾਂ ਤੂੰ ਆਪਣੇ ਫਿਰਕੇ ਦੇ ਵਿੱਚ ਚੂਰਮਾ ਵਰਤਾਉਣਾ ਆ ਦੂਜਿਆਂ ਨੂੰ, ਮਾਲਿਕ ਜੀ ਕਹਿੰਦੇ ਇਸੇ ਤਰ੍ਹਾਂ ਅਕਾਲ ਪੁਰਖ ਦਾ ਗਿਆਨ ਤੇਰੇ ਵਾਸਤੇ ਚੂਰਮਾ ਹੋਵੇ। ਕਹਿੰਦੇ ਅਕਾਲ ਪੁਰਖ ਦੇ ਗਿਆਨ ਨੂੰ ਵੰਡ। ਅਕਾਲ ਪੁਰਖ ਦੇ ਨਾਲ ਜੁੜ ਕੇ ਜਿਹੜੀ ਤੈਨੂੰ ਸੋਝੀ ਆਈ, ਸਮਝ ਆਈ ਨਾ, ਤੇਰਾ ਜੀਵਨ ਚੰਗਾ ਬਣਿਆ, ਉਹ ਦੂਜਿਆਂ ਵਿੱਚ ਵੀ ਜਾ ਕੇ ਵੰਡ। ਅਕਾਲ ਪੁਰਖ ਦੇ ਗਿਆਨ ਨੂੰ ਦੂਜਿਆਂ ਵਿੱਚ ਵੰਡੇਗਾ, ਤੇਰਾ ਜੀਵਨ ਹੋਰ ਨਿਖਰੇਗਾ, ਸੋਹਣਾ ਬਣੇਗਾ। ਤੇ ਗੁਰੂ ਪਿਆਰ ਵਾਲਿਓ, ਗੁਰੂ ਨਾਨਕ ਸਾਹਿਬ ਜੀ ਸੁਲਤਾਨਪੁਰ ਲੋਧੀ ਤੋਂ ਚੱਲੇ ਸਨ, ਆਪਣੇ ਪਰਿਵਾਰ ਨੂੰ ਵੀ ਛੱਡ ਕੇ, ਆਪਣੀ ਭੈਣ ਨੂੰ ਵੀ ਛੱਡ ਕੇ। ਤੇ ਗੁਰੂ ਪਿਆਰ ਵਾਲਿਓ, ਉੱਥੇ ਗੁਰੂ ਨਾਨਕ ਸਾਹਿਬ ਜੀ ਦੀ ਭੈਣ ਗੁਰੂ ਨਾਨਕ ਸਾਹਿਬ ਨੂੰ ਸਵਾਲ ਕਰਦੀ ਕਿ ਤੁਸੀਂ ਆਪਣੇ ਬੱਚਿਆਂ ਦਾ ਫਿਕਰ ਕਰੋ, ਆਪਣੇ ਪਰਿਵਾਰ ਦਾ ਫਿਕਰ ਕਰੋ, ਤੁਸੀਂ ਇਸ ਤਰ੍ਹਾਂ ਛੱਡ ਕੇ ਕਿਉਂ ਜਾ ਰਹੇ ਹੋ? ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਮੈਂ ਆਪਣੇ ਪਰਿਵਾਰ ਦਾ ਵੀ ਫਿਕਰ ਕਰਦਾ, ਆਪਣੇ ਬੱਚਿਆਂ ਦਾ ਵੀ ਕਰਦਾ, ਪਰ ਜਿਹੜਾ ਇਹ ਸਾਰਾ ਪਰਿਵਾਰ, ਆ ਜਿਹੜਾ ਦੇਸ਼ ਹੈ, ਆ ਜਿਹੜੇ ਸਾਰੇ ਪਰਿਵਾਰ ਜਿਹੜੇ ਜਾਤਾਂ ਪਾਤਾਂ ਦੇ, ਜਿਹੜਾ ਤੇ ਮਜਲੂਮਾਂ ਤੇ ਜ਼ੁਲਮ ਹੋ ਰਿਹਾ ਆ, ਜਿਹੜਾ ਨਫ਼ਰਤ ਕੀਤੀ ਜਾ ਰਹੀ ਆ, ਜਾਤਾਂ ਪਾਤਾਂ ਵਿੱਚ ਵੰਡਿਆ ਜਾ ਰਿਹਾ ਆ, ਧਰਮ ਦੇ ਜਿਹੜੇ ਆਗੂ ਆ ਉਹ ਲੋਕਾਂ ਨੂੰ ਲੁੱਟ ਰਹੇ ਨੇ, ਲੋਕਾਂ ਨੂੰ ਵਹਿਮਾਂ ਭਰਮਾਂ 'ਚ ਪਾ ਰਹੇ ਨੇ। ਜਿਹੜੀ ਇਹ ਪ੍ਰਿਥਵੀ ਮੇਰੇ ਸਾਹਮਣੇ ਮੈਨੂੰ ਜਲਦੀ ਹੋਈ ਸੜਦੀ ਹੋਈ ਨਜ਼ਰ ਆ ਰਹੀ ਆ, ਮੈਂ ਇਹਨਾਂ ਵਾਸਤੇ ਜਾ ਰਿਹਾ ਆ। ਤੇ ਗੁਰੂ ਨਾਨਕ ਸਾਹਿਬ ਜੀ ਉੱਥੇ ਜਿਹੜਾ ਅਕਾਲ ਪੁਰਖ ਦਾ ਜਿਹੜਾ ਗਿਆਨ ਹੈ ਉਹ ਵੰਡਣ ਵਾਸਤੇ ਉਹਨਾਂ ਨੇ 4 ਪ੍ਰਚਾਰ ਫੇਰੀਆਂ ਕੀਤੀਆਂ। ਵੈਸੇ 3 ਪ੍ਰਚਾਰ ਫੇਰੀਆਂ ਮੰਨੀਆਂ ਜਾਂਦੀਆਂ ਆ, ਪਰ ਚੌਥੀ ਪ੍ਰਚਾਰ ਫੇਰੀ ਜਿਹੜੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਰਹਿ ਕੇ ਉਹਨਾਂ ਨੇ ਆਲੇ ਦੁਆਲੇ ਜਿਹੜੇ ਪਿੰਡ ਸੀ, ਨਗਰ ਸੀ, ਉੱਥੇ ਵੀ ਜਾ ਕੇ ਉਹਨਾਂ ਨੇ ਥੋੜ੍ਹਾ ਸਮਾਂ ਪ੍ਰਚਾਰ ਕੀਤਾ, ਭਾਵੇਂ ਉਹ ਸਭ ਤੋਂ ਛੋਟੀ ਪ੍ਰਚਾਰ ਫੇਰੀ ਮੰਨੀ ਜਾਂਦੀ ਆ, ਜਿਹਨੂੰ ਅਸੀਂ ਉਦਾਸੀਆਂ ਵੀ ਕਹਿ ਦਿੰਦੇ ਆ। ਜੇਕਰ ਅਸੀਂ ਪ੍ਰਚਾਰ ਫੇਰੀਆਂ ਕਹੀਏ ਤਾਂ ਬਹੁਤ ਵਧੀਆ ਗੱਲ ਆ। ਗੁਰੂ ਨਾਨਕ ਸਾਹਿਬ ਜੀ ਨੇ ਸਾਰੇ ਸੰਸਾਰ ਵਿੱਚ, ਚਾਰੇ ਦਿਸ਼ਾਵਾਂ ਵਿੱਚ ਅਕਾਲ ਪੁਰਖ ਦਾ ਗਿਆਨ ਵੰਡਣ ਵਾਸਤੇ ਕਿ ਉਹਨਾਂ ਨੇ ਗਿਆਨ ਦਿੱਤਾ, ਸਮਝ ਦਿੱਤੀ, ਸੋਝੀ ਦਿੱਤੀ। ਕਿੰਨਿਆਂ ਦਾ ਪਾਰ ਉਤਾਰਾ ਹੋਇਆ, ਕਿੰਨਿਆਂ ਦਾ ਭਲਾ ਹੋਇਆ। ਗੁਰੂ ਨਾਨਕ ਸਾਹਿਬ ਜੀ ਨੇ ਸਾਰਿਆਂ ਨੂੰ ਸੱਚ ਦਾ ਗਿਆਨ ਦਿੱਤਾ, ਸਾਰਿਆਂ ਨੂੰ ਜੀਵਨ ਉੱਚਾ ਕਰਨ ਵਾਲਾ ਗਿਆਨ ਦਿੱਤਾ, ਸਮਝ ਦਿੱਤੀ। ਗੁਰੂ ਪਿਆਰ ਵਾਲਿਓ, ਅੱਜ ਸਾਡਾ ਵੀ ਫਰਜ਼ ਬਣਦਾ, ਜੇਕਰ ਸਾਡੇ ਕੋਲ ਚੰਗਾ ਗਿਆਨ ਹੈ ਤੇ ਅਸੀਂ ਸਾਰਿਆਂ ਵਿੱਚ ਵੰਡੀਏ। ਜੇ ਸਾਡੇ ਕੋਲ ਮਾੜਾ ਗਿਆਨ ਹੈ, ਅਸੀਂ ਮਾੜਾ ਗਿਆਨ ਕਿਸੇ 'ਚ ਨਾ ਵੰਡੀਏ, ਮਾੜੇ ਗਿਆਨ ਨੂੰ ਆਪਣੇ ਕੋਲ ਰੱਖੀਏ। ਕਿਉਂਕਿ ਜਿਹੜੀ ਮਾੜੀ ਚੀਜ਼ ਹੁੰਦੀ ਆ ਉਹਨੂੰ ਕਦੇ ਵੀ ਵੰਡਣਾ ਨਹੀਂ ਚਾਹੀਦਾ, ਕਿਸੇ ਸਾਹਮਣੇ ਖੋਲ੍ਹਣਾ ਨਹੀਂ ਚਾਹੀਦਾ, ਉਹਨੂੰ ਆਪਣੇ ਜੀਵਨ 'ਚੋਂ ਤਿਆਗ ਦੇਣਾ ਚਾਹੀਦਾ। ਗੁਰੂ ਪਿਆਰ ਵਾਲਿਓ, ਜਿਹੜੀ ਚੰਗਿਆਈ ਹੁੰਦੀ ਨਾ ਉਹ ਕਦੇ ਵੀ ਫੈਲਦੀ ਨਹੀਂ। ਜਿੰਨੀ ਜ਼ਿਆਦਾ ਛੇਤੀ ਬੁਰਾਈ ਫੈਲਦੀ ਆ, ਬੁਰਾਈ ਬਹੁਤ ਛੇਤੀ ਫੈਲਦੀ ਆ, ਚੰਗਿਆਈ ਇੰਨੀ ਛੇਤੀ ਨਹੀਂ ਫੈਲਦੀ। ਇਸ ਕਰਕੇ ਚੰਗਿਆਈ ਨੂੰ ਫੈਲਾਉਣ ਵਾਸਤੇ,
ਚੰਗੇ ਗਿਆਨ ਨੂੰ ਲੋਕਾਂ 'ਚ ਵੰਡਣ ਵਾਸਤੇ ਮਿਹਨਤ ਕਰਨੀ ਪੈਂਦੀ ਆ, ਚੱਲਣਾ ਪੈਂਦਾ ਆ, ਕਦਮ ਪੁੱਟਣੇ ਪੈਂਦੇ ਆ। ਪਰ ਜਿਹੜਾ ਮਾੜਾ ਗਿਆਨ ਹੁੰਦਾ ਆ ਉਹ ਤਾਂ ਮਨੁੱਖ ਘਰੇ ਬੈਠੇ ਹੀ ਪ੍ਰਾਪਤ ਕਰ ਲੈਂਦਾ ਆ। ਮਾੜਾ ਗਿਆਨ ਵੰਡਣ ਵਾਸਤੇ ਕਿਤੇ ਜਾਣਾ ਨਹੀਂ ਪੈਂਦਾ, ਨਾ ਹੀ ਕਿਤੇ ਲੈਣ ਵਾਸਤੇ ਜਾਣਾ ਪੈਂਦਾ ਆ। ਪਰ ਜਿਹੜਾ ਚੰਗਾ ਗਿਆਨ ਹੁੰਦਾ, ਚੰਗੀ ਅਕਲ, ਚੰਗੀ ਮੱਤ, ਸੋਝੀ, ਇਹਨੂੰ ਪ੍ਰਾਪਤ ਕਰਨ ਵਾਸਤੇ ਜੀਵਨ 'ਚ ਮਿਹਨਤ ਕਰਨੀ ਪੈਂਦੀ ਆ। ਪਾਤਸ਼ਾਹ ਜੀ ਦਾ ਬਚਨ ਆ, ਪਰ ਮਨੁੱਖ ਦੀ ਫਿਦਰਤ ਕੀ ਆ, ਬੁਰੇ ਕੰਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਕਿ ਬੁਰੇ ਕੰਮਾਂ ਨੂੰ ਮਨੁੱਖ ਉੱਠ ਖਲੋਂਦਾ ਆ ਤੇ ਮਾੜੇ ਕੰਮਾਂ ਵੇਲੇ, ਚੰਗੇ ਕੰਮਾਂ ਵੇਲੇ ਕਦੇ ਵੀ ਨਹੀਂ ਉੱਠਦਾ। ਬੁਰੇ ਕੰਮ ਕਰਨੇ ਹੋਣ ਤਾਂ ਫਿਰ ਭੱਜ ਕੇ ਕਰਦਾ ਆ, ਪਰ ਚੰਗੇ ਕੰਮ ਕਰਨੇ ਹੋਣ ਤੇ ਗੁਰੂ ਪਿਆਰ ਵਾਲਿਓ ਉਸ ਵੇਲੇ ਆਲਸੀ ਹੋ ਜਾਂਦਾ ਆ। ਤੇ ਪਾਤਸ਼ਾਹ ਜੀ ਬਚਨ ਕਰਦੇ ਨੇ, ਕਹਿੰਦੇ ਭੁਗਤ ਗਿਆਨ ਹੇ ਜੋਗੀ ਅਕਾਲ ਪੁਰਖ ਦੇ ਗਿਆਨ ਨੂੰ ਚੂਰਮਾ ਬਣਾ। ਇਹ ਵਰਤਾ ਸਾਰਿਆਂ ਵਿੱਚ ਅਕਾਲ ਪੁਰਖ ਦਾ। ਪਾਤਸ਼ਾਹ ਜੀ ਦਾ ਬਚਨ ਆ, ਹਰ ਕਾ ਨਾਮ ਧਿਆਏ ਸੁਣ, ਸਭਨਾ ਨੋ ਕਰ ਦਾਨ। ਕਹਿੰਦੇ ਪਰਮੇਸ਼ਰ ਦਾ ਨਾਮ ਸੁਣ ਤੇ ਸਾਰਿਆਂ ਵਿੱਚ ਇਹਨੂੰ ਵਰਤਾ, ਇਹਦਾ ਦਾਨ ਕਰ। ਗੁਰੂ ਪਿਆਰ ਵਾਲਿਓ, ਸਾਡੇ ਵਿੱਚ ਉਤਸ਼ਾਹ ਹੋਵੇ, ਚਾਹ ਹੋਵੇ, ਅਸੀਂ ਵੀ ਗੁਰੂ ਦੀ ਬਾਣੀ ਦੀ ਵਿਚਾਰ ਸਾਰਿਆਂ ਵਿੱਚ ਵੰਡੀਏ। ਜੋ ਸਤਿਗੁਰ ਨੇ ਸਾਨੂੰ ਸੋਝੀ ਦਿੱਤੀ, ਜਿੰਨੀ ਸਮਝ ਦਿੱਤੀ, ਉਹਨੂੰ ਸਾਰਿਆਂ ਵਿੱਚ ਵੰਡੀਏ। ਚਾਹੇ ਅਸੀਂ ਆਪਣੇ ਭਰਾਵਾਂ ਵਿੱਚ ਬੈਠੀਏ, ਚਾਹੇ ਭੈਣਾਂ ਵਿੱਚ, ਚਾਹੇ ਆਪਣੇ ਮਾਪਿਆਂ ਵਿੱਚ, ਚਾਹੇ ਰਿਸ਼ਤੇਦਾਰੀ ਵਿੱਚ ਬੈਠੇ ਹੋਈਏ, ਉੱਥੇ ਵੀ ਕੋਈ ਚੰਗੀ ਗਿਆਨ ਦੀ ਗੱਲ ਕਰੀਏ। ਉੱਥੇ ਜਾ ਕੇ ਮਾੜੀ ਵਿਚਾਰ ਨਾ ਕਰੀਏ, ਕਿਸੇ ਨੂੰ ਮਾੜਾ ਨਾ ਦਈਏ। ਗੁਰੂ ਪਿਆਰ ਵਾਲਿਓ, ਇੱਥੋਂ ਤੱਕ ਮਨੁੱਖ ਕਰਦਾ ਆ ਕਿ ਆਪਣੇ ਭਲੇ ਵਾਸਤੇ ਕਿਸੇ ਨੂੰ ਗਲਤ ਰਾਹ ਵੀ ਤੋਰ ਦਿੰਦਾ ਆ। ਤੇ ਗੁਰੂ ਪਿਆਰ ਵਾਲੇ, ਸਾਨੂੰ ਚਾਹੀਦਾ ਕਿ ਅਸੀਂ ਆਪਣੇ ਫਾਇਦੇ ਵਾਸਤੇ ਕਿਸੇ ਦਾ ਨੁਕਸਾਨ ਨਾ ਕਰੀਏ। ਜਿਹੜਾ ਵੀ ਸਾਨੂੰ ਗਿਆਨ ਹੈ, ਜੇਕਰ ਅਸੀਂ, ਸਾਡਾ ਦਿਮਾਗ ਜ਼ਿਆਦਾ ਕੰਮ ਕਰਦਾ ਹੈ, ਅਸੀਂ ਜੇਕਰ ਪੜ੍ਹਾਈ ਵਿੱਚ ਹੁਸ਼ਿਆਰ ਹਾਂ, ਸਾਨੂੰ ਚਾਹੀਦਾ ਕਿ ਜਿਹੜਾ ਨਲਾਇਕ ਹੈ ਪੜ੍ਹਨ ਵਿੱਚ ਬੱਚਾ, ਅਸੀਂ ਉਹਨੂੰ ਸਮਝ ਦਈਏ, ਉਹਨੂੰ ਗਿਆਨ ਦਈਏ। ਗਿਆਨ ਵੰਡਣਾ ਇਹੀ ਹੁੰਦਾ ਆ। ਜਿਹੜਾ ਅਸੀਂ ਕੰਮ ਜਾਣਦੇ ਹਾਂ, ਮੇਰੀਆਂ ਭੈਣਾਂ ਮਾਤਾਵਾਂ ਘਰ ਦੇ ਵਿੱਚ ਬੜਾ ਪ੍ਰਸ਼ਾਦਾ, ਵਧੀਆ ਰੋਟੀ ਪਾਣੀ ਤਿਆਰ ਕਰਨਾ ਜਾਣਦੀਆਂ ਨੇ, ਉਹ ਆਪਣੀਆਂ ਸਹੇਲੀਆਂ ਨੂੰ, ਆਪਣੀ ਬੱਚੀਆਂ ਨੂੰ ਉਹ ਗਿਆਨ ਵੰਡਣ, ਉਹਨਾਂ ਨੂੰ ਸਿਖਾਉਣ ਨਵੀਂ ਤੋਂ ਨਵੀਂ ਚੀਜ਼। ਤੇ ਗੁਰੂ ਪਿਆਰ ਵਾਲੇ ਮੇਰੇ ਵੀਰ ਬੜਾ ਸੋਹਣਾ ਕੰਮ ਕਰਦੇ ਆ, ਕੋਈ ਬਿਜ਼ਨਸ ਕਰਦਾ, ਕੋਈ ਡਰਾਈਵਰੀ ਕਰਦਾ, ਕੋਈ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ। ਤੇ ਗੁਰੂ ਪਿਆਰ ਵਾਲੇ, ਉਹਨਾਂ ਨੂੰ ਵੀ ਚਾਹੀਦਾ ਕਿ ਅਸੀਂ ਇਸ ਗਿਆਨ ਨੂੰ ਵੱਧ ਤੋਂ ਵੱਧ ਵੰਡੀਏ। ਪਰ ਅਸਲ ਵਿੱਚ ਸਾਡੇ ਵਿੱਚ ਈਰਖਾ ਪੈਦਾ ਹੁੰਦੀ ਆ। ਜੇਕਰ ਕੋਈ ਇਲੈਕਟ੍ਰੀਸ਼ੀਅਨ ਵਾਲੀ ਦੁਕਾਨ ਖੁੱਲ੍ਹੀ ਆ, ਉਹਦੇ ਸਾਹਮਣੇ ਇੱਕ ਹੋਰ ਨਵੀਂ ਦੁਕਾਨ ਇਲੈਕਟ੍ਰੀਸ਼ੀਅਨ ਦੀ ਖੁੱਲ੍ਹ ਜਾਵੇ ਤੇ ਸਾਨੂੰ ਫਿਕਰ ਪੈ ਜਾਂਦਾ ਕਿ ਭਾਈ ਨੇ ਤਾਂ ਮੇਰੀ ਰੋਟੀ ਤੇ ਲੱਤ ਮਾਰ ਦਿੱਤੀ। ਅਸੀਂ ਫਿਰ ਈਰਖਾ ਕਰਨ ਲੱਗ ਪੈਂਦੇ ਹਾਂ। ਕਦੇ ਨਹੀਂ ਚਾਹੁੰਦੇ ਕਿ ਜਿਹੜਾ ਕੰਮ ਅਸੀਂ ਕਰ ਰਹੇ ਹਾਂ ਉਹ ਹੋਰ ਵੀ ਕਰਨ। ਸਾਨੂੰ ਫਿਕਰ ਪੈਂਦਾ ਭਾਈ ਸਾਡਾ ਰੋਜੀ ਰੋਟੀ ਘਟ ਜਾਣੀ ਆ, ਕਿਉਂਕਿ ਦੇਣ ਵਾਲਾ ਤਾਂ ਮਾਲਕ ਆ, ਉਹ ਪਰਮੇਸ਼ਰ ਆ, ਉਹਨੂੰ ਫਿਕਰ ਆ। ਪਰ ਗੁਰੂ ਪਿਆਰ ਵਾਲਿਓ, ਜੇਕਰ ਮਨੁੱਖ ਇਹ ਸੋਚਣ ਲੱਗ ਪਏ ਭਾਈ ਹੁਣ ਅਸੀਂ ਇਹ ਗੱਲ ਕਹਿ ਦਈਏ ਕਿ ਭਾਈ ਅਸੀਂ ਕਿਸੇ ਨੂੰ ਗੁਰਬਾਣੀ ਪੜ੍ਹਨੀ ਨਹੀਂ ਸਿਖਾਉਣੀ, ਜੇਕਰ ਤੁਸੀਂ ਗੁਰਬਾਣੀ ਪੜ੍ਹਨੀ ਸਿੱਖ ਗਏ ਤਾਂ ਫਿਰ ਸਾਨੂੰ ਕੌਣ ਪੁੱਛੇਗਾ। ਜੇਕਰ ਅਸੀਂ ਇਹ ਗੱਲ ਸਮਝ ਲਈਏ, ਸੋਚ ਲਈਏ, ਜੇ ਗੁਰੂ ਨਾਨਕ ਸਾਹਿਬ ਜੀ ਇਹ ਗੱਲ ਸੋਚਦੇ ਕਿ ਭਾਈ ਜੇਕਰ ਲੋਕਾਂ ਨੂੰ ਚੰਗੀ ਅਕਲ ਸਮਝ ਆ ਗਈ, ਜੇਕਰ ਲੋਕਾਂ ਨੂੰ ਗਿਆਨ ਆ ਗਿਆ ਤੇ ਫਿਰ ਸਾਨੂੰ ਕੌਣ ਪੁੱਛੇਗਾ। ਜੇਕਰ ਗੁਰੂ ਨਾਨਕ ਸਾਹਿਬ ਜੀ ਇਸ ਤਰ੍ਹਾਂ ਸੋਚਦੇ, ਉਹ ਫਿਰ ਕਦੇ ਵੀ ਨਹੀਂ ਜਾਂਦੇ। ਪਰ ਗੁਰੂ ਨਾਨਕ ਸਾਹਿਬ ਦੀ ਵਿਚਾਰ ਕੀ ਆ, ਆਪ ਜਪੈ ਅਵਰੈ ਨਾਮ ਜਪਾਵੇ। ਆਪ ਵੀ ਜਪਦੇ ਸੀ ਮਾਲਕ ਦੇ ਨਾਮ ਨੂੰ, ਆਪ ਵੀ ਜੀਵਨ 'ਚ ਸੱਚ ਸੀ ਤੇ ਉਹਨਾਂ ਨੇ ਸੱਚ ਦਾ ਪ੍ਰਚਾਰ ਕੀਤਾ। ਫਿਕਰ ਤਾਂ ਉਹਨਾਂ ਲੋਕਾਂ ਨੂੰ ਪਿਆ ਜਿਹੜੇ ਲੋਕ ਧਰਮ ਦੇ ਨਾਂ 'ਤੇ ਪਖੰਡ ਕਰਕੇ ਲੋਕਾਂ ਨੂੰ ਲੁੱਟਦੇ ਸੀ। ਜਦੋਂ ਲੋਕਾਂ ਦੇ ਵਿੱਚ ਗਿਆਨ ਆ ਗਿਆ, ਸਮਝ ਆ ਗਈ, ਉਹ ਸੁਚੇਤ ਹੋ ਗਏ ਕਿ ਸਾਨੂੰ ਤਾਂ ਇਹ ਇੰਨੇ ਸਾਲਾਂ ਤੋਂ ਲੁੱਟ ਰਹੇ ਸੀਗੇ। ਅੱਜ ਜੇਕਰ ਗੁਰੂ ਨਾਨਕ ਸਾਹਿਬ ਜੀ ਸਾਨੂੰ ਸੱਚ ਦਾ ਗਿਆਨ ਨਾ ਕਰਾਉਂਦੇ, ਜੇਕਰ ਸਾਨੂੰ ਅਸਲੀਅਤ ਬਾਰੇ ਨਾ ਦੱਸਦੇ, ਤੇ ਇਹਨਾਂ ਨੇ ਸਾਨੂੰ ਲੁੱਟ ਕੇ ਖਾ ਜਾਣਾ ਸੀ। ਤੇ ਫਿਰ ਅਸਲ ਵਿੱਚ ਫਿਕਰ ਉਹਨਾਂ ਲੋਕਾਂ ਨੂੰ ਪੈਂਦਾ ਜਿਹੜੇ ਲੋਕ ਬੇਈਮਾਨ ਹੁੰਦੇ ਆ, ਜਿਹੜੇ ਲੋਕ ਇਹ ਚਾਹੁੰਦੇ ਨਹੀਂ ਕਿ ਸੱਚ ਜਿਹੜਾ ਸਾਡੇ ਸਾਹਮਣੇ ਆਵੇ। ਗੁਰੂ ਪਿਆਰ ਵਾਲਿਓ, ਜਿਸ ਮਹਿਕਮੇ ਵਿੱਚ ਰਿਸ਼ਵਤ ਵਾਲੇ ਲੋਕ ਹੋਣ, ਉੱਥੇ ਜੇਕਰ ਇਮਾਨਦਾਰ ਬੰਦਾ ਆ ਜਾਵੇ ਤੇ ਰਿਸ਼ਵਤ ਵਾਲੇ ਇਹ ਕਦੇ ਨਹੀਂ ਚਾਹੁੰਦੇ ਕਿ ਇਮਾਨਦਾਰ ਬੰਦਾ ਇੱਥੇ ਟਿਕ ਜਾਵੇ। ਉਹ ਸਾਰੇ ਰਲ ਕੇ ਫਿਰ ਕੋਈ ਨਾ ਕੋਈ ਚਾਲ ਚੱਲਦੇ ਆ, ਜਿਸ ਕਰਕੇ ਇਸ ਇਮਾਨਦਾਰ ਚੰਗੇ ਮਨੁੱਖ ਨੂੰ ਵੀ, ਅਫਸਰ ਨੂੰ ਵੀ ਚੱਕ ਕੇ ਬਾਹਰ ਸੁੱਟ ਦਈਏ। ਸਾਡੀ ਰਿਸ਼ਵਤ ਵਿੱਚ ਕੋਈ ਫਰਕ ਨਾ ਪੈ ਜਾਵੇ,
ਸਾਡਾ ਜਿਹੜਾ ਚਾਹ ਪਾਣੀ ਬਣਦਾ ਉੱਪਰ ਉਹ ਕਿਤੇ ਖਤਮ ਨਾ ਹੋ ਜਾਵੇ। ਗੁਰੂ ਨਾਨਕ ਸਾਹਿਬ ਜੀ ਸੁਲਤਾਨਪੁਰ ਲੋਧੀ ਦੇ ਵਿੱਚ ਜਦੋਂ ਦੌਲਤ ਖਾਂ ਦੇ ਕੋਲ ਮੋਦੀ ਖਾਨੇ ਵਿੱਚ ਨੌਕਰੀ ਕਰਦੇ ਨੇ, ਗੁਰੂ ਨਾਨਕ ਸਾਹਿਬ ਜੀ ਦਾ ਅਹੁਦਾ ਬਹੁਤ ਉੱਚਾ ਆ। ਜਿਵੇਂ ਅੱਜ ਫੂਡ ਸਪਲਾਈ ਵਿਭਾਗ ਦਾ ਅਫਸਰ ਹੁੰਦਾ ਨਾ, ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦਾ ਅਹੁਦਾ ਆ। ਗੁਰੂ ਨਾਨਕ ਸਾਹਿਬ ਜੀ ਦੇ ਹੇਠਾਂ ਬਹੁਤ ਸਾਰੇ ਵਰਕਰ ਜਿਹੜੇ ਕੰਮ ਕਰਦੇ ਆ। ਤੇ ਗੁਰੂ ਪਿਆਰ ਵਾਲੇ ਗੁਰੂ ਨਾਨਕ ਸਾਹਿਬ ਜੀ ਦੇ ਆਉਣ ਤੋਂ ਪਹਿਲਾਂ ਉੱਥੇ ਜਿਹੜੇ ਲੋਕ ਕੰਮ ਕਰਦੇ ਸੀ, ਜਿਹੜੇ ਮਿਹਨਤ ਕਰਦੇ ਸੀ, ਉਹਨਾਂ ਦਾ ਪੂਰਾ ਹੱਕ ਨਹੀਂ ਮਿਲਦਾ ਸੀ। ਜਿੰਨੀ ਉਹ ਆਪਣੀ ਫਸਲ ਵੇਚਦੇ ਸੀ, ਕਮਾਈ ਕਰਦੇ ਸੀ, ਦਿੰਦੇ ਸੀ, ਉਹਦੇ ਬਦਲੇ ਉਹਨਾਂ ਨੂੰ ਪੂਰਾ ਹੱਕ, ਪੂਰੀ ਮਿਹਨਤ ਨਹੀਂ ਮਿਲਦੀ ਸੀ। ਰਿਸ਼ਵਤ ਲੋਕ ਸੀ, ਉਹਨਾਂ ਨੂੰ ਲੁੱਟਦੇ ਸੀ। ਪਰ ਗੁਰੂ ਨਾਨਕ ਸਾਹਿਬ ਜੀ ਨੇ ਆ ਕੇ ਜਦੋਂ 13 ਤੋਲਿਆ, ਸਾਰਿਆਂ ਨੂੰ ਬਰਾਬਰਤਾ ਦਾ ਹੱਕ ਦਿੱਤਾ। ਉਹਨਾਂ ਦੀ ਕੀਤੀ ਹੋਈ ਮਿਹਨਤ ਦਾ ਹੱਕ ਉਹਨੂੰ ਦੇਣ ਲੱਗੇ ਤੇ ਉਹਨਾਂ ਰਿਸ਼ਵਤਖੋਰਾਂ ਨੂੰ ਫਿਕਰ ਪੈ ਗਿਆ ਕਿ ਭਾਈ ਇਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ, ਇਹ ਭਾਈ ਇਹ ਜਿਹੜਾ ਮਨੁੱਖ ਹੈ ਇਹ ਸਾਡੇ ਵਿੱਚ ਆ ਗਿਆ, ਸਾਡਾ ਹੁਣ ਤਾਂ ਰੋਜੀ ਰੋਟੀ ਬੰਦ ਹੋ ਜਾਣੀ, ਸਾਡੀ ਰਿਸ਼ਵਤਖੋਰੀ ਤਾਂ ਬੰਦ ਹੋ ਜਾਣੀ। ਫਿਕਰ ਪੈ ਗਿਆ ਬੇਈਮਾਨ ਲੋਕਾਂ ਨੂੰ। ਇਸ ਕਰਕੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਵਿਰੁੱਧ ਸ਼ਿਕਾਇਤ ਕੀਤੀ ਸੀ। ਦੌਲਤ ਖਾਂ ਨੂੰ ਇਹ ਗੱਲ ਆਖੀ ਕਿ ਭਾਈ ਜਿਹੜਾ ਇਹ ਬੰਦਾ ਤੁਸੀਂ ਲਿਆਂਦਾ ਆ, ਜਿਹਨੂੰ ਤੁਸੀਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹੋ, ਇਹ ਜਿਹੜਾ ਸਾਡਾ ਵੀ ਖਜ਼ਾਨਾ, ਜਿਹੜਾ ਮੋਦੀ ਖਾਨੇ ਦਾ ਖਜ਼ਾਨਾ ਵੀ ਲੋਕਾਂ ਵਿੱਚ ਲੁਟਾਈ ਜਾਂਦਾ ਆ। ਜਦੋਂ ਸਾਰਾ ਹਿਸਾਬ ਕਿਤਾਬ ਕੀਤਾ ਤੇ ਖਜ਼ਾਨਾ ਜਿਹੜਾ ਵਾਧੂ ਨਿਕਲਿਆ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਆਪਣੀ ਕੀਤੀ ਹੋਈ ਕਿਰਤ ਦੇ ਵਿੱਚੋਂ ਦੂਸਰੇ ਨੂੰ ਦਿੰਦੇ ਸਨ, ਉਹ ਦਸਵੰਧ ਕੱਢਦੇ ਸਨ। ਪਰ ਗੁਰੂ ਪਿਆਰ ਵਾਲਿਓ, ਕਿਉਂਕਿ ਜਿੱਥੇ ਝੂਠ ਦਾ ਪਸਾਰਾ ਹੋਵੇ ਨਾ, ਉੱਥੇ ਕਦੇ ਵੀ ਨਹੀਂ ਕੋਈ ਚਾਹੁੰਦਾ ਕਿ ਭਾਈ ਸੱਚਾਈ ਆਵੇ, ਉੱਥੇ ਸੱਚ ਦਾ ਜਿਹੜਾ ਹੋਕਾ ਦੇਣ ਵਾਲਾ ਮਨੁੱਖ ਆਵੇ। ਮਨੁੱਖ ਹੀ ਚਾਹੁੰਦਾ ਹੈ। ਕਈ ਵਾਰੀ ਤਾਂ ਅਸੀਂ ਖੁਦ ਇਮਾਨਦਾਰ ਅਫਸਰਾਂ ਨੂੰ ਅਸੀਂ ਖੁਦ ਰਿਸ਼ਵਤ ਲੈਣ ਵਾਸਤੇ ਮਜਬੂਰ ਕਰਦੇ ਹਾਂ। ਅਸੀਂ ਸਿਫਾਰਿਸ਼ ਕਰਦੇ ਹਾਂ ਕਿ ਭਾਈ ਜੇ ਕੋਈ ਇਮਾਨਦਾਰ ਅਫਸਰ ਆ ਜਾਵੇ ਤੇ ਅਸੀਂ ਖੁਸ਼ ਨਹੀਂ ਹੁੰਦੇ, ਕਿਉਂਕਿ ਇਮਾਨਦਾਰ ਅਫਸਰ ਆ ਗਿਆ, ਉਹਨੇ ਰਿਸ਼ਵਤ ਲੈਣੀ ਨਹੀਂ, ਤੇਰੀ ਯੋਗਤਾ ਦੇ ਮੁਤਾਬਕ ਤੈਨੂੰ ਜਿਹੜਾ ਇਨਸਾਫ ਦੇਣਾ ਆ। ਤੇ ਸਾਡੇ ਮਨਾਂ ਸਾਡੀ ਆਦਤ ਬਣੀ ਹੋਈ ਆ ਕਿ ਅਸੀਂ 4 ਛਿੱਲੜ ਦੇ ਕੇ ਅਸੀਂ ਕੰਮ ਕਰਵਾ ਲੈਣਾ ਆ। ਪਰ ਗੁਰੂ ਪਿਆਰ ਵਾਲੇ ਜਿਹਨਾਂ ਕੋਲ 4 ਛਿੱਲੜ ਨਹੀਂ ਹੁੰਦੇ ਤੇ ਉਹ ਫਿਰ ਕੰਮ ਵੀ ਨਹੀਂ ਕਰਵਾ ਸਕਦੇ। ਤੇ ਇਸ ਕਰਕੇ ਖੁਸ਼ੀ ਤਾਂ ਉਹਨਾਂ ਨੂੰ ਹੁੰਦੀ ਆ ਕਿ ਭਾਈ ਚੰਗਾ ਅਫਸਰ ਆ ਗਿਆ, ਵਧੀਆ ਅਫਸਰ ਆ ਗਿਆ, ਜਿਨ੍ਹਾਂ ਕੋਲ ਧਨ ਦੌਲਤ ਨਹੀਂ ਹੈ, ਜਿਨ੍ਹਾਂ ਦੀ ਇੰਨੀ ਅਹਿਮੀਅਤ ਨਹੀਂ ਹੈ ਕਿ ਉਹ 20-30 ਲੱਖ ਰੁਪਇਆ ਭਰ ਕੇ ਆਪਣੇ ਬੱਚੇ ਨੂੰ ਨੌਕਰੀ ਦਿਵਾ ਸਕਣ, ਜਿਨ੍ਹਾਂ ਨੇ ਆਪਣੇ ਬੱਚੇ ਨੂੰ ਬੜੀ ਮੁਸ਼ਕਲ ਦੇ ਨਾਲ ਪੜ੍ਹਾਇਆ, ਬੜੀ ਮਿਹਨਤ ਨਾਲ ਪੜ੍ਹਾਇਆ, ਉਹ ਕਦੇ ਰਿਸ਼ਵਤ ਦੇ ਨਹੀਂ ਸਕਦੇ। ਤੇ ਗੁਰੂ ਪਿਆਰ ਖੁਸ਼ੀ ਤਾਂ ਉਹਨਾਂ ਨੂੰ ਹੁੰਦੀ ਆ, ਉਹਨਾਂ ਨੂੰ ਖੁਸ਼ੀ ਨਹੀਂ ਹੁੰਦੀ। ਹੈ ਬਹੁਤ ਘੱਟ ਨੇ ਜਿਨ੍ਹਾਂ ਕੋਲ ਦੌਲਤ ਵੀ ਹੈ, ਖੁਸ਼ੀ ਉਹਨਾਂ ਨੂੰ ਵੀ ਹੁੰਦੀ, ਪਰ ਬਹੁਤ ਘੱਟ ਨੇ ਜਿਹੜੇ ਕਹਿੰਦੇ ਭਾਈ ਚੰਗਾ ਅਫਸਰ, ਵਧੀਆ ਟੀਚਰ ਆ ਗਿਆ, ਚੰਗਾ ਅਫਸਰ ਆ ਗਿਆ, ਜਿਹੜਾ ਕਿ ਇਮਾਨਦਾਰੀ ਨਾਲ ਕੰਮ ਕਰਦਾ ਆ ਤੇ ਕਿਸੇ ਕੋਲ ਰਿਸ਼ਵਤ ਨਹੀਂ ਲੈਂਦਾ, ਕਿਸੇ ਦੇ ਖੂਨ ਦਾ ਪਿਆਸਾ ਨਹੀਂ ਹੈ। ਤੇ ਗੁਰੂ ਪਿਆਰ ਵਾਲਿਓ, ਪਾਤਸ਼ਾਹ ਜੀ ਕਹਿੰਦੇ ਨੇ ਭੁਗਤ ਗਿਆਨ, ਹੇ ਜੋਗੀ ਤੂੰ ਗਿਆਨ, ਅਕਾਲ ਪੁਰਖ ਦੇ ਗਿਆਨ ਨੂੰ ਚੂਰਮਾ ਬਣਾ। ਜਿਹੜਾ ਉਹ ਆਪਣੇ ਫਿਰਕੇ ਵਿੱਚ ਇੱਕ ਚੂਰਮਾ ਤਿਆਰ ਕਰਦੇ ਆ, ਉਹ ਚੂਰਮਾ ਸਾਰੇ 'ਚ ਵਰਤਾਉਂਦੇ ਆ। ਕਹਿੰਦੇ ਅਕਾਲ ਪੁਰਖ ਦੇ ਗਿਆਨ ਨੂੰ ਆਪਣਾ ਚੂਰਮਾ ਬਣਾ। ਤੇ ਸਾਡੇ ਕੋਲ ਵੀ ਜਿਹੜਾ ਗੁਰੂ ਪਿਆਰ ਵਾਲੇ ਜਿਹੜਾ ਗਿਆਨ, ਚੰਗੀ ਅਕਲ, ਚੰਗੀ ਸਮਝ ਹੁੰਦੀ, ਉਹ ਵੀ ਅਸੀਂ ਦੂਜਿਆਂ ਵਿੱਚ ਜਾ ਕੇ ਵੰਡੀਏ। ਜਦੋਂ ਅਸੀਂ ਗੁਰੂ ਦੀ ਸ਼ਰਨ ਵਿੱਚ ਆਉਂਦੇ, ਆ ਕੇ ਗੁਰੂ ਦੀ ਬਾਣੀ ਸੁਣਦੇ ਹਾਂ, ਅੱਜ ਕੋਈ ਨਵੀਂ ਵਿਚਾਰ ਸਿੱਖੀ ਆ, ਨਵੀਂ ਗੱਲ ਸਿੱਖੀ ਆ, ਅਸੀਂ ਘਰ ਵਿੱਚ ਜਾ ਕੇ ਆਪਣੇ ਭਰਾ ਨੂੰ ਦਸੀਏ, ਆਪਣੀ ਭੈਣ ਨੂੰ ਦਸੀਏ, ਆਪਣੇ ਬੱਚਿਆਂ ਨੂੰ ਦਸੀਏ, ਆਪਣੀ ਮਾਂ ਨੂੰ ਦਸੀਏ ਕਿ ਅੱਜ ਮੈਂ ਗੁਰੂ ਘਰ ਗਿਆ ਸੀ, ਮੈਂ ਉੱਥੇ ਅੱਜ ਨਵੀਂ ਵਿਚਾਰ ਸੁਣੀ, ਗੁਰੂ ਨੇ ਮੈਨੂੰ ਅੱਜ ਨਵਾਂ ਹੁਕਮ ਕੀਤਾ, ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਦਾ ਕਰ ਦਾਨ। ਸਾਰਿਆਂ ਨੂੰ ਦਾਨ ਕਰੀਏ ਕਿ ਮੇਰਾ ਗੁਰੂ ਪਿਤਾ ਇਹ ਗੱਲ ਅੱਜ ਕਹਿੰਦਾ ਆ। ਇਹ ਜਿਹੜੀਆਂ ਵਿਚਾਰਾਂ ਅਸੀਂ ਗੁਰੂ ਕੋਲ ਸੁਣਦੇ ਆ ਕਿ ਇਹ ਆਪਣੇ ਘਰਾਂ ਵਿੱਚ ਜਾ ਕੇ ਕਰੀਏ, ਆਪਣੇ ਬੱਚਿਆਂ ਨਾਲ ਜਾ ਕੇ ਕਰੀਏ। ਇਹ ਹੈ ਗਿਆਨ ਵੰਡਣਾ। ਜਿਹੜੀ ਵੀ ਸਾਡੇ ਕੋਲ ਗਿਆਨ ਦੀ ਗੱਲ ਹੈ ਉਹ ਸਾਰਿਆਂ ਨੂੰ ਵੰਡੀਏ। ਇਹ ਵੀ ਸੇਵਾ ਆ। ਸੇਵਾ ਕੇਵਲ ਭਾਂਡੇ ਮਾਂਜਣੇ ਨਹੀਂ ਕਿ ਅਸੀਂ ਗੁਰੂ ਘਰ ਆ ਕੇ ਭਾਂਡੇ ਬਰਤਨ ਮਾਂਜ ਲਏ, ਪੋਚੇ ਲਾ ਲਏ, ਇਹੀ ਸੇਵਾ ਨਹੀਂ ਹੁੰਦੀ। ਸੇਵਾ ਜਿਹੜੀ ਸਮਾਜ ਵਿੱਚ ਰਹਿ ਕੇ ਕਰਨੀ ਉਹ ਵੀ ਸੇਵਾ ਆ। ਕਿਸੇ ਨੂੰ ਚੰਗੀ ਅਕਲ ਦੇਣੀ ਇਹ ਵੀ ਸੇਵਾ ਆ। ਕਿਸੇ ਨੂੰ ਕੰਮ ਸਿਖਾ ਦੇਣਾ ਇਹ ਵੀ ਸੇਵਾ ਆ। ਤੇ ਗੁਰੂ ਪਿਆਰ ਵਾਲਿਓ, ਕਿਸੇ ਨੂੰ ਗੁਰਬਾਣੀ ਪੜ੍ਹਨੀ ਸਿਖਾ ਦੇਣੀ ਇਹ ਵੀ ਸੇਵਾ ਆ। ਇਹਦੇ ਵਿੱਚ ਸਾਡਾ ਕੁਛ ਨਹੀਂ ਘਟਣ ਲੱਗਾ। ਸਾਡੇ ਜਿਹੜੇ ਕੰਮ ਇਸੇ ਤਰ੍ਹਾਂ ਇਹ ਚੱਲਦੇ ਰਹਿਣੇ ਆ। ਪਰ ਮਾਲਿਕ ਜੀ ਕਹਿੰਦੇ ਨੇ, ਕਹਿੰਦੇ ਅਕਾਲ ਪੁਰਖ ਦਾ ਗਿਆਨ ਤੇਰੇ ਵਾਸਤੇ ਚੂਰਮਾ ਹੋਵੇ
ਮਾਲਿਕ ਜੀ ਬਚਨ ਕਰਦੇ ਨੇ, ਦਇਆ ਭੰਡਾਰਨ। ਦਇਆ ਭੰਡਾਰਨ ਕਹਿੰਦੇ ਆ ਵਰਤਾਉਣ ਵਾਲੇ ਨੂੰ, ਜਿਹੜਾ ਭੰਡਾਰੇ ਨੂੰ ਵਰਤਾ ਰਿਹਾ, ਜਿਹੜਾ ਚੂਰਮਾ ਵਰਤਾ ਰਿਹਾ। ਜਿਵੇਂ ਅਸੀਂ ਲੰਗਰ ਵਿੱਚ ਲੰਗਰ ਬਣਾਉਂਦੇ ਆ ਤੇ ਉਹਦੇ ਵਿੱਚ ਵਰਤਾਉਣ ਵਾਲਾ ਉਹਨੂੰ ਲਾਂਗਰੀ ਵੀ ਕਹਿੰਦੇ। ਜਿਹੜਾ ਸੇਵਾ ਕਰ ਰਿਹਾ ਬੱਚਾ, ਚਾਹੇ ਨੌਜਵਾਨ ਚਾਹੇ ਬਜ਼ੁਰਗ ਆ, ਜਿਹੜਾ ਵਰਤਾ ਰਿਹਾ ਲੰਗਰ। ਇੱਥੇ ਭੰਡਾਰਨ ਦਾ ਅਰਥ ਕੀ ਆ? ਵਰਤਾਉਣ ਵਾਲਾ, ਵਰਤਾਵੀ, ਜਿਹੜੀ ਵਰਤਾ ਰਿਹਾ ਆ। ਮਾਲਿਕ ਜੀ ਕਹਿੰਦੇ ਦਇਆ ਭੰਡਾਰਨ, ਕਹਿੰਦੇ ਦਇਆ ਨੂੰ ਭੰਡਾਰਨ ਬਣਾ। ਤੇਰੇ ਜੀਵਨ ਵਿੱਚ ਦਇਆ ਹੋਵੇ, ਦੂਜੇ ਨੂੰ ਗਿਆਨ ਵਰਤਾਉਣ ਦੀ। ਗੁਰੂ ਪਿਆਰ ਵਾਲੇ, ਜੇਕਰ ਸਾਡੇ ਜੀਵਨ 'ਚ ਦਇਆ ਹੋਵੇਗੀ, ਦੂਜੇ ਨੂੰ ਗਿਆਨ ਵਰਤਾਉਣ ਦੀ, ਅਸੀਂ ਫੇਰ ਹੀ ਵਰਤਾਵਾਂਗੇ। ਹੁਣ ਸਾਡੇ ਮਨ ਵਿੱਚ ਈਰਖਾ ਆ, ਨਫ਼ਰਤ ਆ, ਸਾਡੇ ਮਨ ਵਿੱਚ ਦਇਆ ਹੈ ਨਹੀਂ ਕਿ ਮੈਂ ਕਿਉਂ ਇਹਨੂੰ ਕੋਈ ਗੱਲ ਦੱਸਾਂ। ਜਿਵੇਂ ਅਸੀਂ ਕਹਿੰਦੇ ਨਾ ਕਈ ਵਾਰੀ ਕਿ ਮੈਂ ਕਿਉਂ ਇਹਨੂੰ ਸਿਖਾਵਾਂ, ਜੇ ਮੈਂ ਇਹਨੂੰ ਸਿਖਾਤਾ ਮੈਂ ਕਿੱਥੇ ਜਾਵਾਂਗਾ, ਮੇਰਾ ਪਰਿਵਾਰ ਕਿੱਦਾਂ ਪੜ੍ਹੇਗਾ। ਇਸੇ ਕਰਕੇ ਅਸੀਂ ਕਿਸੇ ਦੂਜੇ ਨੂੰ ਸਿਖਾਉਣਾ ਨਹੀਂ ਚਾਹੁੰਦੇ। ਅਸੀਂ ਕਹਿੰਦੇ ਕਿ ਨਾਲ ਦਾ ਮਨੁੱਖ ਸਾਡੇ ਤੋਂ ਅੱਗੇ ਨਾ ਨਿਕਲ ਜਾਏ। ਮੰਨ ਲਓ ਜੇਕਰ ਅਸੀਂ ਬੜੀ ਸੋਹਣੀ ਕੋਠੀ ਪਾਈ ਆ ਨਕਸ਼ਾ ਤਿਆਰ ਕਰਕੇ, ਤੇ ਸਾਨੂੰ ਕੋਈ ਪੁੱਛ ਲਵੇ ਭਾਈ ਤੁਸੀਂ ਕੋਠੀ ਕਿੱਥੋਂ ਬਣਾਈ, ਨਕਸ਼ਾ ਕਿੱਥੋਂ ਤਿਆਰ ਕਰਾਇਆ, ਬੜੀ ਸੋਹਣੀ ਬਣਾਈ। ਅਸੀਂ ਆਖੀ ਕਿ ਭਾਈ ਮਨ ਵਿੱਚ ਸੋਚੀ ਕਿ ਅਸੀਂ ਕਿਉਂ ਦਸੀਏ, ਜੇਕਰ ਇਹਨੇ ਕੋਠੀ ਸਾਡੇ ਨਾਲ ਵਧੀਆ ਪਾ ਲਈ ਤੇ ਸਾਡੀ ਤਾਂ ਬੱਲੇ ਬੱਲੇ ਬੰਦ ਹੋ ਜਾਣੀ ਆ। ਸਾਡੀ ਕੋਠੀ ਨੂੰ ਤਾਂ ਕਿਸੇ ਨੇ ਚੰਗੀ ਕਹਿਣਾ ਨਹੀਂ। ਭਾਵ ਕਿ ਮਨ ਵਿੱਚ ਉਹ ਈਰਖਾ ਆ, ਦਇਆ ਨਹੀਂ ਹੈਗੀ ਕਿ ਭਾਈ ਜੇਕਰ ਮੈਂ ਇਹ ਵਧੀਆ ਚੀਜ਼ ਬਣਾਈ ਤੇ ਮੈਂ ਦੂਜੇ ਨੂੰ ਵੀ ਦੱਸ ਦੇਵਾਂ ਕਿ ਭਾਈ ਮੈਂ ਫਲਾਣੀ ਜਗ੍ਹਾ ਤੋਂ ਬਣਾਈ, ਇੱਥੋਂ ਵਧੀਆ ਬਣੀ ਆ। ਮਾਲਿਕ ਜੀ ਕਹਿੰਦੇ ਇਹ ਦਇਆ ਤੇਰੇ ਜੀਵਨ ਵਿੱਚ ਹੋਵੇ, ਗੁਣਾਂ ਨੂੰ ਵੰਡਣ ਦੀ ਦਇਆ ਹੋਵੇ, ਕਿਸੇ ਨੂੰ ਔਗਣ ਨਾ ਵੰਡ, ਔਗਣਾਂ ਨੂੰ ਨਾ ਵੰਡ। ਜੇਕਰ ਗੁਰੂ ਪਿਆਰ ਵਾਲੇ ਗੁਣਾਂ ਨੂੰ ਵੰਡਾਂਗੇ, ਗੁਣ ਵਧਣਗੇ, ਜੀਵਨ ਸਾਡਾ ਹੋਰ ਸੋਹਣਾ ਬਣੇਗਾ। ਹਰ ਰੋਜ਼ ਬਾਣੀ 'ਚ ਪੜ੍ਹਦੇ ਹਾਂ, ਖਾਵੇਂ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧਦੋ ਜਾਈ। ਕਹਿੰਦੀ ਤੋਟ ਕਮੀ ਨਹੀਂ ਆਉਂਦੀ ਜਦੋਂ ਤੂੰ ਗੁਣਾਂ ਨੂੰ ਵੰਡੇਗਾ। ਜੇ ਮੇਰੀ ਭੈਣ ਨੂੰ ਸਿਲਾਈ ਦਾ ਕੰਮ ਆਉਂਦਾ, ਉਹ ਕਿਸੇ ਨੂੰ ਸਿਲਾਈ ਦਾ ਕੰਮ ਸਿਖਾ ਦੇਵੇ। ਜੇਕਰ ਉਹਨੂੰ ਹੋਰ ਕੋਈ ਕੰਮ ਵਧੀਆ ਆਉਂਦਾ, ਉਹ ਸਿਖਾ ਦੇਵੇ, ਉਹਦਾ ਵੀ ਰੋਜੀ ਰੋਟੀ ਦਾ ਸਾਧਨ ਬਣ ਜਾਵੇ। ਇਹ ਦਇਆ ਸਾਡੇ ਮਨ ਵਿੱਚ ਹੋਵੇ, ਸਾਡੇ ਮਨ ਵਿੱਚ ਈਰਖਾ ਨਫ਼ਰਤ ਨਾ ਹੋਵੇ। ਮੇਰੇ ਭਰਾ ਨੂੰ ਕੰਮ ਆਉਂਦਾ ਹੋਵੇ, ਉਹ ਸਿਖਾ ਦੇਵੇ, ਪਰ ਸਿੱਖਣ ਦੀ ਭਾਵਨਾ ਵੀ ਹੋਵੇ। ਕਿਉਂਕਿ ਅੱਜ ਸਾਡੇ ਮਨਾਂ ਵਿੱਚ ਸਿੱਖਣ ਦੀ ਭਾਵਨਾ ਵੀ ਖਤਮ ਹੁੰਦੀ ਜਾ ਰਹੀ ਨਾ। ਅਸੀਂ ਕੋਈ ਕੰਮ ਸਿੱਖਣਾ ਨਹੀਂ ਚਾਹੁੰਦੇ। ਅਸੀਂ ਕਹਿੰਦੇ ਕਿ ਕੰਮ ਕੀਤਿਆਂ ਬਗੈਰ ਹੀ ਸਾਡਾ ਰੋਜੀ ਰੋਟੀ ਚੱਲ ਜਾਵੇ, ਕੰਮ ਕੀਤਿਆਂ ਬਗੈਰ ਹੀ ਸਾਨੂੰ ਸਭ ਕੁਝ ਪ੍ਰਾਪਤ ਹੋ ਜਾਵੇ, ਅਸੀਂ ਮਿਹਨਤ ਨਾ ਕਰੀਏ। ਇਸ ਕਰਕੇ ਮਾਲਿਕ ਜੀ ਕਹਿੰਦੇ ਨੇ ਦਇਆ ਭੰਡਾਰਨ, ਤੇਰੇ ਅੰਦਰ ਦਇਆ ਹੋਵੇ, ਭੰਡਾਰਨ ਦਇਆ ਹੋਵੇ, ਗਿਆਨ ਨੂੰ ਵਰਤਾਉਣ ਦੀ ਦਇਆ ਹੋਵੇ, ਤੇਰੇ ਮਨ ਵਿੱਚ ਸਾਰਿਆਂ ਨੂੰ ਗਿਆਨ ਵੰਡਣ ਦੀ ਦਇਆ ਹੋਵੇ। ਤੂੰ ਨਿਰਦਈ ਨਾ ਬਣੇ, ਈਰਖਾ ਨਾ ਕਰੇ ਕਿ ਭਾਈ ਮੈਂ ਕਿਸੇ ਨੂੰ ਗਿਆਨ ਵਾਲੀ ਗੱਲ ਨਹੀਂ ਦੱਸਣੀ। ਮਾਲਿਕ ਜੀ ਕਹਿੰਦੇ ਘਟ ਘਟ ਵਾਜੈ ਨਾਦ। ਨਾਦ ਜੋਗੀਆਂ ਦੇ ਫਿਰਕੇ ਦੇ ਵਿੱਚ ਜਿਹੜੇ ਜੋਗੀ ਲੋਕ ਆ, ਖਾਣਾ ਖਾਣ ਵੇਲੇ ਨਾ ਇੱਕ ਨਾਦ ਵਜਾਉਂਦੇ ਆ, ਇੱਕ ਜਿਹੜੀ ਉਹਨੂੰ ਤੂੰਬੀ ਵੀ ਕਹਿ ਸਕਦੇ ਆ। ਉਹ ਨਾਦ ਜਿਹੜੇ ਵਜਾਉਂਦੇ ਆ, ਉਹ ਉਹਨਾਂ ਨੇ ਆਪਣੇ ਗਲ ਵਿੱਚ ਲਟਕਾਈ ਹੁੰਦੀ ਆ। ਤੇ ਮਾਲਿਕ ਜੀ ਕਹਿੰਦੇ ਘਟ ਘਟ ਵਾਜੇ ਨਾਦ, ਕਹਿੰਦੇ ਅਕਾਲ ਪੁਰਖ ਦੀ ਜਿਹੜੀ ਨਾਦ, ਅਕਾਲ ਪੁਰਖ ਦਾ ਜਿਹੜਾ ਨਾਦ ਆ, ਜਿਹੜੀ ਉਹਦੀ ਆਵਾਜ਼ ਆ, ਜਿਹੜਾ ਅਕਾਲ ਪੁਰਖ ਘਟ ਘਟ ਵਿੱਚ ਵਸਿਆ ਹੋਇਆ ਆ। ਕਹਿੰਦੇ ਤੂੰ ਵੀ ਆਪਣੇ ਮਨ ਵਿੱਚ ਉਹ ਚੂਰਮਾ ਖਾਣ ਵੇਲੇ, ਗਿਆਨ ਵਰਤਾਉਣ ਵੇਲੇ ਤੇਰਾ ਧਿਆਨ ਵੀ ਉਸ ਮਾਲਕ ਨਾਲ ਜੁੜਿਆ ਹੋਵੇ। ਤੇਰੇ ਹਿਰਦੇ ਵਿੱਚ ਵੀ ਤੂੰ ਉਸ ਅਕਾਲ ਪੁਰਖ ਨੂੰ ਵਸਾ ਕੇ ਰੱਖੇ, ਉਸ ਮਾਲਕ ਨੂੰ ਚੇਤਾ ਰੱਖੇ, ਉਸ ਅਕਾਲ ਪੁਰਖ ਵਾਹਿਗੁਰੂ ਨਾਲ ਤੇਰੀ ਸੁਰਤ ਜੁੜੀ ਹੋਵੇ। ਇੱਕ ਰਸ ਲਗਾਤਾਰ ਤੇਰੇ ਅੰਦਰ ਵੀ ਉਸ ਅਕਾਲ ਪੁਰਖ ਦੇ ਗਿਆਨ ਦਾ ਨਾਦ ਵੱਜ ਰਿਹਾ ਹੋਵੇ। ਤੇਰੇ ਮਨ ਵਿੱਚ ਵੀ ਉਸ ਅਕਾਲ ਪੁਰਖ ਦੀ ਯਾਦ ਚੱਲ ਰਹੀ ਹੋਵੇ, ਜਦੋਂ ਤੂੰ ਗਿਆਨ ਦੀ ਵਰਤੋਂ ਕਰ ਰਿਹਾ ਹੋਵੇ, ਜਦੋਂ ਤੂੰ ਗਿਆਨ ਵੰਡ ਰਿਹਾ ਹੋਵੇ। ਰਿੱਧ ਅੱਗੇ ਕਹਿੰਦੇ ਆਪ ਨਾਥ। ਨਾਥ ਕਹਿੰਦੇ ਆ ਗੁਰੂ ਪਿਆਰ ਵਾਲਿਓ, ਉਹਨਾਂ ਦੇ ਸਭ ਤੋਂ ਜਿਹੜਾ ਵੱਡਾ ਜੋਗੀ ਹੁੰਦਾ ਉਹਨੂੰ ਨਾਥ ਕਹਿੰਦੇ। ਜਿਵੇਂ ਗੋਰਖਨਾਥ, ਇਹ ਜੋਗੀਆਂ ਦੇ ਵੱਡੇ ਨਾਥ, ਚਰਪਟਨਾਥ, ਗੋਰਖਨਾਥ, ਹੋਰ ਜਿਹੜੇ ਇਹਨਾਂ ਦੇ ਨਾਥ ਵੱਡੇ ਵੱਡੇ ਹੋਏ ਆ, ਇਹ ਸਾਰੇ ਉਸ ਨਾਥ ਦੇ ਕੰਟਰੋਲ ਵਿੱਚ ਹੋ ਕੇ ਚੱਲਦੇ ਆ। ਇਹ ਸਭ ਕੁਝ ਉਹਨੂੰ ਮੰਨਦੇ ਆ। ਮਾਲਿਕ ਜੀ ਕਹਿੰਦੇ ਆਪ ਨਾਥ, ਕਹਿੰਦੇ ਅਕਾਲ ਪੁਰਖ ਵਾਹਿਗੁਰੂ ਨੂੰ ਤੂੰ ਨਾਥ ਮੰਨ ਆਪਣਾ। ਅਕਾਲ ਪੁਰਖ ਕਹਿੰਦੇ ਤੇਰਾ ਨਾਥ ਹੋਵੇ। ਨਾਥੀ ਸਭ ਜਾ ਕੀ, ਨਾਥੀ ਦਾ ਮਤਲਬ ਵਸ ਵਿੱਚ ਕੀਤੀ ਹੋਈ, ਨੱਥੀ ਹੋਈ। ਜਿਵੇਂ ਪਸ਼ੂ ਦੇ ਅਸੀਂ ਨੱਥ ਪਾਉਂਦੇ ਨਾ, ਕਿਉਂ ਪਾਉਂਦੇ ਆ ਕਿ ਪਸ਼ੂ ਜਿਹੜਾ ਸਾਡੇ ਵਸ ਵਿੱਚ ਰਵੇ। ਜੇ ਪਸ਼ੂ ਸਾਡੇ ਕੰਟਰੋਲ ਤੋਂ ਬਾਹਰ ਹੋਵੇ, ਅਸੀਂ ਨੱਥ ਤੋਂ ਫੜ ਲੈਂਦੇ ਆ। ਨਾਥੀ ਵਸ ਕੀਤੀ ਹੋਈ, ਕਹਿੰਦੇ ਜਿਸ ਅਕਾਲ ਪੁਰਖ ਨੇ ਸਾਰੀ ਸ੍ਰਿਸ਼ਟੀ ਨੂੰ ਵਸ ਵਿੱਚ ਕੀਤਾ ਹੋਇਆ ਆ,
ਮਾਲਿਕ ਜੀ ਕਹਿੰਦੇ ਉਹਦੇ ਨਾਮ ਦੇ ਨਾਲ ਆਪਣੇ ਜੀਵਨ ਨੂੰ ਜੋੜ। ਕਹਿੰਦੇ ਉਸ ਅੱਗੇ ਆਪਣਾ ਸਿਰ ਝੁਕਾ, ਰਿੱਧ ਸਿੱਧ ਅਵਰਾ ਸਾਧ। ਕਹਿੰਦੇ ਇਹਨਾਂ ਰਿੱਧੀਆਂ ਸਿੱਧੀਆਂ, ਜੋਗੀ ਲੋਕ ਰਿੱਧੀਆਂ ਸਿੱਧੀਆਂ ਨੂੰ ਬੜਾ ਮੰਨਦੇ ਸੀ। ਮਾਲਿਕ ਜੀ ਕਹਿੰਦੇ ਇਹਨਾਂ ਰਿੱਧੀਆਂ ਸਿੱਧੀਆਂ ਵਿੱਚ ਨਾ ਪਾ, ਇਹ ਰਿੱਧੀਆਂ ਸਿੱਧੀਆਂ ਅਵਰਾ ਸਾਧ ਤੈਨੂੰ ਹੋਰ ਹੀ ਸਵਾਦਾਂ ਵਿੱਚ, ਚਸਕਿਆਂ ਵਿੱਚ ਲੈ ਕੇ ਜਾਣ ਵਾਲੀਆਂ ਨੇ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਉਸ ਅਕਾਲ ਪੁਰਖ ਦੇ ਨਾਮ ਨੂੰ ਹੀ ਰਿੱਧੀਆਂ ਸਿੱਧੀਆਂ ਸਮਝ। ਦੇਹੀ ਮੈਂ ਇਸਕਾ ਵਿਸ਼ਰਾਮ, ਤੇਰੇ ਹਿਰਦੇ ਵਿੱਚ ਹੀ ਉਸ ਅਕਾਲ ਪੁਰਖ ਦਾ ਜਿਹੜਾ ਨਾਮ ਹੈ ਉਹ ਵਸਿਆ ਹੋਇਆ ਹੈ। ਦੇ ਨਾਲ ਤੇਰਾ ਜੀਵਨ ਸੋਹਣਾ ਪਵਿੱਤਰ ਬਣ ਜਾਵੇਗਾ। ਗੁਰੂ ਪਿਆਰ ਵਾਲਿਓ, ਸਤਿਗੁਰੂ ਦੀ ਪਾਵਨ ਬਾਣੀ ਜਿਹੜੀ ਸਾਡੇ ਜੀਵਨ ਨੂੰ ਸੋਹਣਾ ਬਣਾਉਂਦੀ ਆ, ਪਵਿੱਤਰ ਬਣਾਉਂਦੀ ਆ। ਅਕਾਲ ਪੁਰਖ ਦਾ ਨਾਮ ਵੀ ਸਾਡੇ ਜੀਵਨ ਨੂੰ ਸੋਹਣਾ ਬਣਾਉਂਦਾ ਆ। ਸਤਿਗੁਰੂ ਦੀ ਪਾਵਨ ਬਾਣੀ ਦਾ ਬਚਨ ਆ, ਸਾਹਿਬ ਮੇਰਾ ਨੀਤ ਨਵਾ, ਕਿ ਮੇਰਾ ਸਾਹਿਬ ਜਿਹੜਾ ਨਵਾਂ ਹੈ ਉਹ ਸਦਾ ਰਹਿਣ ਵਾਲਾ ਹੈ। ਤੇ ਗੁਰੂ ਪਿਆਰ ਵਾਲਿਓ, ਅੱਜ ਵੇਖੋ ਸਾਰੇ ਸੰਸਾਰ ਦੇ ਵਿੱਚ ਨਵਾਂ ਸਾਲ ਮਨਾਇਆ ਜਾ ਰਿਹਾ ਆ। ਨਵਾਂ ਸਾਲ ਮਨਾ ਰਹੇ ਹੋ ਤੇ ਮੁਬਾਰਕ ਹੈ। ਗੁਰੂ ਪਿਆਰ ਵਾਲਿਓ, ਪਲ ਇਹ ਵੇਖਣਾ ਪੈਣਾ, ਨਵਾਂ ਸਾਲ ਚੜ੍ਹ ਗਿਆ ਕਿ ਸਾਡੇ ਜੀਵਨ ਵਿੱਚ ਨਵਾਂ ਕੀ ਹੋਇਆ। ਅਸੀਂ ਆਪਣੇ ਜੀਵਨ ਦੇ ਵਿੱਚ ਕਿਹੜਾ ਨਵਾਂ ਕੰਮ ਕੀਤਾ, ਅਸੀਂ ਜਿਹੜਾ ਨਵਾਂ ਸਾਲ ਮਨਾ ਰਹੇ ਹਾਂ। ਫਰਕ ਕੀ ਪਿਆ? ਸਿਰਫ ਅਸੀਂ ਆਪਣੀਆਂ ਕੰਧਾਂ ਤੋਂ 2021 ਦੇ ਕੈਲੰਡਰ ਲਾ ਦੇਵਾਂਗੇ ਤੇ 2022 ਦੇ ਕੈਲੰਡਰ ਟੰਗ ਦੇਵਾਂਗੇ। ਸੰਨ ਬਦਲਿਆ, ਤਰੀਕ ਬਦਲੀ, ਬਾਕੀ ਤਾਂ ਸਭ ਕੁਝ ਉਸੇ ਤਰ੍ਹਾਂ ਆ। ਅਸਮਾਨ ਵੀ ਉਸੇ ਤਰ੍ਹਾਂ, ਇਹ ਧਰਤੀ ਵੀ ਉਸੇ ਤਰ੍ਹਾਂ, ਇਹ ਕੁਦਰਤ ਵੀ ਉਸੇ ਤਰ੍ਹਾਂ। ਗੁਰੂ ਪਿਆਰ ਵਾਲਿਓ, ਸਾਡਾ ਜੀਵਨ ਵੀ ਉਸੇ ਤਰ੍ਹਾਂ, ਨਾ ਕੋਈ ਦਿਨ ਬਦਲਿਆ। ਇਹ ਸਭ ਕੁਝ, ਸਮਾਂ ਵੀ ਸਭ ਕੁਝ ਉਸ ਤਰ੍ਹਾਂ ਚੱਲ ਰਿਹਾ ਆ, ਸਿਰਫ ਸੰਨ ਬਦਲਿਆ ਆ। ਤੇ ਗੁਰੂ ਪਿਆਰ ਵਾਲਿਓ, ਸਾਡਾ ਨਵਾਂ ਸਾਲ ਮਨਾਇਆ ਹੋਇਆ ਉਦੋਂ ਮੁਬਾਰਕ ਹੈ ਜਦੋਂ ਅਸੀਂ ਆਪਣੇ ਜੀਵਨ ਵਿੱਚ ਨਵੇਂ ਕੰਮ ਕਰਾਂਗੇ, ਚੰਗੇ ਕੰਮ ਕਰਾਂਗੇ, ਫਿਰ ਸਾਡਾ ਮਨਾਇਆ ਹੋਇਆ ਨਵਾਂ ਸਾਲ ਮੁਬਾਰਕ ਹੈ। ਗੁਰੂ ਪਿਆਰ ਵਾਲਿਓ, ਨਵਾਂ ਸਾਲ ਚੜ੍ਹ ਗਿਆ ਪਰ ਅਜੇ ਵੀ ਸਾਡੇ ਮਨਾਂ ਵਿੱਚ ਗਿਲੇ ਸ਼ਿਕਵੇ ਜਾਰੀ ਆ। ਅਜੇ ਵੀ ਸਾਡੇ ਮਨਾਂ ਵਿੱਚ ਈਰਖਾ ਨਫ਼ਰਤ ਜਾਰੀ ਆ। ਅਜੇ ਵੀ ਸਾਡੀ ਸੋਚ ਉਹੀ ਆ, ਸਾਡੀ ਸੋਚ ਉਹੀ ਮਾੜੀ ਚੱਲ ਰਹੀ ਆ। ਸਾਡੀ ਸੋਚ ਨਹੀਂ ਬਦਲੀ। ਨਵਾਂ ਸਾਲ ਚੜ੍ਹਿਆ ਭਾਵ ਕਿ ਅਸੀਂ ਚਾਹੀਏ ਕਿ ਸਾਡੀ ਜ਼ਿੰਦਗੀ ਦਾ ਹਰੇਕ ਦਿਨ ਨਵਾਂ ਹੋਵੇ, ਸਾਡਾ ਹਰੇਕ ਸਾਲ ਨਵਾਂ ਅਸੀਂ ਮਨਾਉਂਦੇ ਹਾਂ, ਪਰ ਅਸੀਂ ਚਾਹੀਏ ਕਿ ਸਾਡਾ ਹਰੇਕ ਸਮਾਂ, ਹਰੇਕ ਘੜੀ, ਹਰੇਕ ਪਲ, ਹਰੇਕ ਦਿਨ ਨਵਾਂ ਹੋਵੇ। ਪਰ ਉਹ ਨਵਾਂ ਕਿਵੇਂ ਬਣਨਾ? ਜਦੋਂ ਅਸੀਂ ਆਪਣੇ ਜੀਵਨ ਦੇ ਵਿੱਚ ਕੋਈ ਨਵਾਂ ਕੰਮ ਕਰਾਂਗੇ, ਚੰਗਾ ਕੰਮ ਕਰਾਂਗੇ, ਸਾਡੇ ਮਨ ਵਿੱਚ ਸਿੱਖਣ ਦੀ ਚਾਹਨਾ ਹੋਵੇ, ਨਵਾਂ ਕੰਮ ਕਰਨ ਦੀ ਚਾਹਨਾ ਹੋਵੇ। ਅੱਜ ਅਸੀਂ ਧਿਆਨ ਮਾਰ ਕੇ ਵੇਖੀਏ ਆਪਣੇ ਆਲੇ ਦੁਆਲੇ, ਗੁਰੂ ਪਿਆਰ ਵਾਲਿਓ, ਜਿਹੜੀਆਂ ਸਾਡੇ ਲੜਾਈਆਂ ਝਗੜੇ ਨੇ, ਕਿ ਅੱਜ ਨਵਾਂ ਸਾਲ ਚੜ੍ਹਿਆ, 20 ਸਾਲ ਪੁਰਾਣੀ ਜਿਹੜੀ ਚੱਲਦੀ ਆ ਰਹੀ ਲੜਾਈ, ਕਿ ਅਸੀਂ ਅੱਜ ਨਵੇਂ ਸਾਲ 'ਤੇ ਖਤਮ ਕਰ ਦੇਵਾਂਗੇ। ਜਿਹੜੇ ਸਾਡੇ ਭਰਾਵਾਂ ਦੇ ਵਿੱਚ ਕੰਧਾਂ ਕੱਢੀਆਂ ਗਈਆਂ, ਲੜਾਈਆਂ ਪਈਆਂ, ਇੱਕ ਦੂਜੀ ਜਾਨ ਦੇ ਦੁਸ਼ਮਣ ਬਣੇ ਹੋਏ ਆ। ਗੁਰੂ ਪਿਆਰ ਵਾਲਿਓ, ਅੱਜ ਅਸੀਂ ਪ੍ਰਣ ਕਰਾਂਗੇ ਕਿ ਜਿਹੜਾ ਭਰਾ ਸੀ, ਜਿਸ ਭਰਾ ਦੇ ਨਾਲ ਮੈਂ ਬਚਪਨ ਤੋਂ ਖੇਡਦਾ ਸੀ, ਇਕੱਠੇ ਬੈਠਦੇ ਸੀ, ਰਲ ਮਿਲ ਕੇ ਪ੍ਰਸ਼ਾਦਾ ਛਕੀਦਾ ਸੀ, ਰਲ ਮਿਲ ਕੇ ਮਾਂ ਦੀ ਗੋਦ ਵਿੱਚ ਬੈਠੀਦਾ ਸੀ, ਗੱਲਾਂ ਬਾਤਾਂ ਕਰੀਦੀਆਂ ਸੀ, ਅੱਜ ਅਸੀਂ ਪ੍ਰਣ ਕਰਾਂਗੇ ਇਸ ਨਵੇਂ ਸਾਲ 'ਤੇ ਕਿ ਭਾਈ ਮੈਂ ਅੱਜ ਤੋਂ ਇਹ ਦੁਸ਼ਮਣੀ ਖਤਮ ਕਰ ਦੇਣੀ ਆ। ਅੱਜ ਭਰਾ ਨਾਲ ਜਾ ਕੇ ਮਨ ਵਿੱਚ ਇਸ ਗੱਲ ਦਾ ਪਛਤਾਵਾ ਕਰਾਂਗਾ, ਮਨ ਵਿੱਚ ਮਹਿਸੂਸ ਕਰਾਂਗਾ ਮੈਂ ਗਲਤ ਸਾਂ, ਤੂੰ ਸਹੀ ਸੀ। ਅੱਜ ਹੀ ਪ੍ਰਣ ਕਰਾਂਗੇ ਅਸੀਂ ਨਵੇਂ ਸਾਲ ਦੇ ਕਿ ਭਾਈ ਜਿਹੜਾ ਅਸੀਂ ਕਿਸੇ ਦਾ ਹੱਕ ਮਾਰਿਆ ਆ, ਉਹ ਅਸੀਂ ਹੱਕ ਉਹਦਾ ਵਾਪਸ ਕਰਕੇ ਆਵਾਂਗੇ। ਭਾਈ ਮੈਂ ਤੇਰਾ ਹੱਕ ਮਾਰਿਆ ਸੀ, ਆ ਲੈ ਤੇਰਾ ਹੱਕ। ਫਿਰ ਸਾਡਾ ਤਾਂ ਨਵਾਂ ਸਾਲ ਜਿਹੜਾ ਮਨਾਇਆ ਹੋਇਆ ਮੁਬਾਰਕ ਹੈ। ਅਸੀਂ ਪ੍ਰਣ ਕਰਾਂਗੇ ਕਿ ਜਿਹੜੇ ਅਸੀਂ ਬਜ਼ੁਰਗ ਮਾਪੇ ਬਿਰਧ ਆਸ਼ਰਮਾਂ ਵਿੱਚ ਛੱਡ ਕੇ ਆਏ ਹਾਂ, ਜਿਨ੍ਹਾਂ ਨੂੰ ਅਸੀਂ ਲਵਾਰਸ ਛੱਡ ਕੇ ਆਏ ਹਾਂ, ਕਿ ਅਸੀਂ ਪ੍ਰਣ ਕਰਾਂਗੇ ਅੱਜ ਮੈਂ ਜਾਵਾਂਗਾ ਬਿਰਧ ਆਸ਼ਰਮ ਦੇ ਵਿੱਚ, ਆਪਣੀ ਮਾਂ ਨੂੰ ਆਪਣੇ ਬਾਪ ਨੂੰ ਲੈ ਕੇ ਆਵਾਂਗੇ ਕਿ ਮੈਂ ਤੁਹਾਡੀ ਘਰ ਵਿੱਚ ਲਿਆ ਕੇ ਸੇਵਾ ਕਰਾਂਗਾ। ਫਿਰ ਸਾਡਾ ਨਵਾਂ ਸਾਲ ਜਿਹੜਾ ਮਨਾਇਆ ਹੋਇਆ ਮੁਬਾਰਕ ਹੈ। ਪਰ ਗੁਰੂ ਪਿਆਰ ਵਾਲੇ, ਜੇਕਰ ਸਾਡੇ ਜੀਵਨ ਦੇ ਵਿੱਚੋਂ ਉਹ ਮਾੜੀ ਸੋਚ ਨਿਕਲੀ ਨਹੀਂ, ਸਾਡੇ ਜੀਵਨ ਦੇ ਵਿੱਚੋਂ ਉਹ ਔਗਣ ਨਿਕਲੇ ਨਹੀਂ, ਬੁਰਾਈ ਨਿਕਲੀ ਨਹੀਂ, ਸਾਡਾ ਜੀਵਨ ਅੱਜ ਵੀ ਉੱਥੇ ਖਲੋਤਾ ਹੋਇਆ ਜੇਕਰ, ਤੇ ਗੁਰੂ ਪਿਆਰ ਵਾਲਿਓ ਫਿਰ ਸਾਡਾ ਨਵਾਂ ਸਾਲ ਨਹੀਂ, ਫਿਰ ਤਾਂ ਪੁਰਾਣਾ ਹੀ ਸਾਲ ਚੱਲ ਰਿਹਾ। ਫਿਰ ਜੇਕਰ ਸਾਡੀਆਂ ਆਦਤਾਂ ਨਹੀਂ ਬਦਲੀਆਂ, ਸਾਡਾ ਸੁਭਾਅ ਨਹੀਂ ਬਦਲਿਆ, ਸਾਡੇ ਜੀਵਨ 'ਚ ਤਬਦੀਲੀ ਨਹੀਂ ਆਈ, ਚੇਂਜ ਨਹੀਂ ਆਇਆ ਸਾਡੇ ਜੀਵਨ 'ਚ,
ਤੇ ਫਿਰ ਸਾਡਾ ਨਵਾਂ ਸਾਲ ਜਿਹੜਾ ਮਨਾਇਆ ਹੋਇਆ ਮੁਬਾਰਕ ਨਹੀਂ ਹੈ। ਫਿਰ ਗੁਰੂ ਪਿਆਰ ਵਾਲਿਓ, ਸਤਿਗੁਰੂ ਜੀ ਤਾਂ ਸਾਨੂੰ ਹਰ ਵੇਲੇ ਕਹਿੰਦੇ ਆ, ਸਾਨੂੰ ਤਾਂ ਹਰ ਵੇਲੇ ਨਵੀਂ ਵਿਚਾਰ ਦੇ ਰਿਹਾ। ਗੁਰੂ ਦੀ ਬਾਣੀ ਤਾਂ ਸਾਨੂੰ ਹਰ ਵੇਲੇ ਨਵਾਂ ਹੁਕਮ ਕਰ ਰਿਹਾ। ਗੁਰਬਾਣੀ ਤਾਂ ਸਾਡੇ ਜੀਵਨ ਨੂੰ 24 ਘੰਟੇ ਨਵਾਂ ਕਰਦੀ ਆ। ਅਸੀਂ ਆਪਣੇ ਜੀਵਨ ਵਿੱਚ ਗੁਣ ਧਾਰਨ ਕਰਕੇ ਆਪਣੇ ਜੀਵਨ ਨੂੰ ਨਵਾਂ ਬਣਾਉਣਾ ਆ। ਗੁਰੂ ਪਿਆਰ ਵਾਲਿਓ, ਫਿਰ ਸਾਡਾ ਇਹ ਮਨਾਇਆ ਹੋਇਆ ਸਾਲ ਨਵਾਂ ਜਿਹੜਾ ਮੁਬਾਰਕ ਹੈ। ਅੱਜ ਅਸੀਂ ਪ੍ਰਣ ਕਰੀਏ, ਜਿਹੜੀ ਸੱਸ ਆਪਣੀ ਨੂੰਹ ਨਾਲ ਨਫ਼ਰਤ ਕਰਦੀ ਹੈ ਉਹ ਅੱਜ ਪ੍ਰਣ ਕਰੂਗੀ ਕਿ ਅੱਜ ਮੈਂ ਆਪਣੀ ਨੂੰਹ ਦੇ ਨਾਲ ਨਫ਼ਰਤ ਨਹੀਂ ਕਰਨੀ, ਉਹਨੂੰ ਅੱਜ ਮੈਂ ਆਪਣੀ ਧੀ ਦਾ ਦਰਜਾ ਦੇਣਾ। ਅੱਜ ਇੱਕ ਨੂੰਹ ਪ੍ਰਣ ਕਰੇਗੀ ਕਿ ਮੈਂ ਆਪਣੀ ਸੱਸ ਸਹੁਰੇ ਦੇ ਨਾਲ ਨਫ਼ਰਤ ਨਹੀਂ ਕਰਨੀ, ਮੈਂ ਅੱਜ ਉਹਨੂੰ ਆਪਣੇ ਮਾਪਿਆਂ ਦਾ ਦਰਜਾ ਦੇਵਾਂਗੀ। ਫਿਰ ਹੀ ਸਾਡਾ ਨਵਾਂ ਸਾਲ ਜਿਹੜਾ ਮਨਾਇਆ ਹੋਇਆ ਮੁਬਾਰਕ ਆ। ਫਿਰ ਹੀ ਜਿਹੜਾ ਨਵਾਂ ਸਾਲ ਮਨਾਉਣ ਦਾ ਫਾਇਦਾ ਆ। ਜੇਕਰ ਸਾਡੇ ਆਦਤਾਂ ਉਹੀ ਆ, ਸਾਡੇ ਮਨ ਵਿੱਚ ਉਹੀ ਨਿੰਦਿਆ ਵਾਲੀ ਆਦਤ ਚੱਲ ਰਹੀ, ਉਹੀ ਅਸੀਂ ਚੁਗਲੀ ਕਰ ਰਹੇ ਹਾਂ, ਸਾਡੇ ਮਨਾਂ ਵਿੱਚ ਉਹੀ ਜਿਹੜੀ ਰਿਸ਼ਵਤਖੋਰੀ ਆ, ਸਾਡੇ ਮਨਾਂ ਵਿੱਚ ਉਹੀ ਬੇਈਮਾਨੀ ਆ, ਉਹੀ ਧੋਖਾ ਆ, ਧੜਾ ਆ, ਸਾਡੇ ਜੀਵਨ ਵਿੱਚ ਘਰਾਂ ਵਿੱਚ ਧੜੇ ਬਣੇ ਹੋਏ ਆ, ਆਲੇ ਦੁਆਲੇ ਸਾਡੇ ਨਗਰਾਂ ਵਿੱਚ ਪਿੰਡਾਂ ਵਿੱਚ। ਜੇਕਰ ਗੁਰੂ ਪਿਆਰ ਵਾਲੇ ਉਹੀ ਕੁਝ ਰਹਿਣਾ ਆ ਤੇ ਭਾਵੇਂ ਜਿੰਨੇ ਮਰਜ਼ੀ ਸੰਨ ਬਦਲੀ ਜਾਣ। ਹੁਣ ਪਿੱਛੇ ਕਿੰਨੇ ਸੰਨ ਬਦਲ ਕੇ ਗਏ ਹੋਣਗੇ, 2022 ਤੋਂ ਪਹਿਲਾਂ ਕਿੰਨੇ ਸੰਨ ਬਦਲੇ ਆ, ਜਦੋਂ ਦੇ ਅਸੀਂ ਪੈਦਾ ਹੋਏ ਕਿੰਨੇ ਸੰਨ ਬਦਲੇ। ਗੁਰੂ ਪਿਆਰ ਵਾਲਿਓ, ਸੰਨ ਬਦਲਣ ਦੇ ਨਾਲ, ਕੇਵਲ ਤਰੀਕ ਬਦਲਣ ਦੇ ਨਾਲ, ਸੰਨ ਬਦਲਣ ਦੇ ਨਾਲ ਨਵਾਂ ਸਾਲ ਨਹੀਂ ਆਉਣਾ। ਨਵਾਂ ਸਾਲ ਸਾਡੇ ਜੀਵਨ ਵਿੱਚ ਹਰੇਕ ਦਿਨ ਵੀ ਨਵਾਂ ਆਵੇਗਾ, ਹਰੇਕ ਸਮਾਂ ਨਵਾਂ ਆਵੇਗਾ, ਹਰੇਕ ਘੜੀ ਨਵੀਂ ਆਵੇਗੀ। ਗੁਰੂ ਪਿਆਰ ਵਾਲਿਓ, ਸਾਡੀ ਜ਼ਿੰਦਗੀ ਵੀ ਨਵੀਂ ਬਣ ਜਾਵੇਗੀ ਜਦੋਂ ਅਸੀਂ ਆਪਣੀ ਸੋਚ ਨੂੰ ਬਦਲ ਲਵਾਂਗੇ, ਜਦੋਂ ਸਾਡੇ ਮਨ ਦੀ ਵਿਚਾਰ ਚੰਗੀ ਬਣ ਜਾਵੇਗੀ, ਅਸੀਂ ਆਪਣਾ ਸੁਭਾਅ ਬਦਲ ਲਈਏ, ਚੰਗਾ ਸੁਭਾਅ ਬਣਾ ਲਈਏ, ਅਸੀਂ ਆਪਣੀ ਵਿਚਾਰ ਨੂੰ ਬਦਲੀਏ, ਸਾਡੀਆਂ ਵਿਚਾਰਾਂ ਚੰਗੀਆਂ ਬਣ ਜਾਣ। ਇਹ ਹੈ ਨਵਾਂ ਸਾਲ। ਫਿਰ ਸਾਡਾ ਨਵਾਂ ਸਾਲ ਹੋਇਆ ਮਨਾਇਆ ਹੋਇਆ ਮੁਬਾਰਕ ਹੈ। ਜਿਹੜੇ ਝਗੜੇ ਅਸੀਂ ਜ਼ਮੀਨਾਂ ਬਦਲੇ ਝਗੜੇ ਪਾਏ ਹੋਏ ਆ, ਉਹਨਾਂ ਝਗੜਿਆਂ ਨੂੰ ਖਤਮ ਕਰ ਦਈਏ। ਫਿਰ ਸਾਡਾ ਨਵਾਂ ਸਾਲ ਜਿਹੜਾ ਮਨਾਇਆ ਹੋਇਆ ਮੁਬਾਰਕ ਹੈ। ਗੁਰੂ ਪਿਆਰ ਵਾਲਿਓ, ਜੇਕਰ ਅਸੀਂ ਜੀਵਨ ਦੇ ਅੰਦਰ ਕਿਰਤ ਕਰਦੇ ਹਾਂ, ਕਿਸੇ ਕੋਲ ਰਿਸ਼ਵਤ ਲੈ ਰਹੇ ਹਾਂ, ਕਿਸੇ ਨਾਲ ਧੋਖਾ ਕਰ ਰਹੇ ਹਾਂ, ਜੇਕਰ ਇਹਨਾਂ ਵਿਚਾਰਾਂ ਨੂੰ ਜੀਵਨ 'ਚੋਂ ਤਿਆਗ ਦੇਵਾਂਗੇ, ਫਿਰ ਸਾਡਾ ਨਵਾਂ ਸਾਲ ਜਿਹੜਾ ਮਨਾਇਆ ਹੋਇਆ ਮੁਬਾਰਕ ਹੈ। ਤੇ ਗੁਰੂ ਪਿਆਰ ਵਾਲਿਓ, ਫਿਰ ਨਵਾਂ ਸਾਲ ਇਸ ਤਰ੍ਹਾਂ ਮਨਾਈਏ ਨਾ, ਸਮਾਜ ਦੇ ਵਿੱਚ ਕੋਈ ਚੰਗਾ ਕੰਮ ਕਰਕੇ ਨਵਾਂ ਸਾਲ ਮਨਾਈਏ। ਗੁਰੂ ਪਿਆਰ ਵਾਲਿਓ, ਨਵਾਂ ਸਾਲ ਮਨਾਈਏ ਕਿ ਅਸੀਂ ਪੰਜਾਬ ਦਾ ਭਵਿੱਖ ਬਦਲ ਦਈਏ, ਪੰਜਾਬ ਨੂੰ ਨਵਾਂ ਕਰ ਦਈਏ, ਪੰਜਾਬ ਦੇ ਵਿੱਚ ਬਦਲਾਅ ਲੈ ਆਈਏ। ਜੀਵਨ 'ਚ ਬਦਲਾਅ ਜ਼ਰੂਰੀ ਨਾ। ਗੁਰੂ ਪਿਆਰ ਵਾਲਿਓ, ਜੇਕਰ ਜੀਵਨ 'ਚ ਬਦਲਾਅ ਨਾ ਹੋਵੇ, ਜੀਵਨ ਬਦਲੇ ਨਾ, ਤੇ ਗੁਰੂ ਪਿਆਰ ਵਾਲਿਓ, ਫਿਰ ਸਾਡਾ ਨਵਾਂ ਸਾਲ ਮਨਾਉਣ ਦਾ ਵੀ ਕੋਈ ਫਾਇਦਾ ਨਹੀਂ। ਪ੍ਰਣ ਕਰੀਏ ਕਿ ਅੱਜ ਤੋਂ ਬਾਅਦ ਮੈਂ ਜੇਕਰ ਗੁਰੂ ਕੋਲ ਆਉਣਾ, ਜੇਕਰ ਮੇਰੀ ਜ਼ਿੰਦਗੀ ਨਹੀਂ ਬਦਲੀ, ਇੰਨਾ ਚਿਰ ਹੋ ਗਿਆ, ਅੱਜ ਜੇ ਮੈਂ ਗੁਰੂ ਨਾਲ ਜੁੜ ਗਿਆ ਤੇ ਮੇਰੀ ਜ਼ਿੰਦਗੀ ਬਦਲ ਗਈ। ਇਹ ਹੈ ਨਵਾਂ ਸਾਲ, ਇਹ ਹੈ ਨਵਾਂ ਦਿਨ। ਤੈਨੂੰ ਨਵੀਂ ਜ਼ਿੰਦਗੀ ਮਿਲੇਗੀ। ਨਵੀਂ ਜ਼ਿੰਦਗੀ ਦਾ ਅਰਥ ਕੀ ਆ? ਤੈਨੂੰ ਨਵਾਂ ਜੀਵਨ ਮਿਲੇਗਾ। ਇੱਕ ਜਨਮ ਹੁੰਦਾ ਸਾਡੀ ਮਾਂ ਦੀ ਕੁੱਖ ਵਿੱਚੋਂ। ਗੁਰੂ ਪਿਆਰ ਵਾਲਿਓ, ਦੂਸਰਾ ਜਨਮ ਲੈਣਾ ਅਸੀਂ ਗੁਰੂ ਦੇ ਕੋਲੋਂ, ਗੁਰੂ ਵਾਲੇ ਬਣ ਕੇ, ਗੁਰੂ ਦੀ ਮੱਤ ਲੈ ਕੇ, ਚੰਗਾ ਜੀਵਨ ਪ੍ਰਾਪਤ ਕਰਕੇ, ਇਹ ਜਿਹੜਾ ਨਵਾਂ ਜੀਵਨ, ਨਵਾਂ ਜਨਮ ਜਿਹੜਾ ਸਾਡਾ ਹੋਵੇਗਾ। ਇਹ ਦੋ ਜਨਮ, ਪਹਿਲਾਂ ਮਾਂ ਦੀ ਕੁੱਖ ਵਿੱਚ, ਹੁਣ ਫਿਰ ਗੁਰੂ ਦੀ ਗੋਦ ਵਿੱਚੋਂ ਇਹ ਨਵਾਂ ਜਨਮ ਪ੍ਰਾਪਤ ਕਰਨਾ ਹੈ। ਫਿਰ ਸਾਡਾ ਜਿਹੜਾ ਨਵਾਂ ਸਾਲ ਮੁਬਾਰਕ ਹੈ। ਗੁਰੂ ਪਿਆਰ ਵਾਲਿਓ, ਸਾਨੂੰ ਆਪਣੇ ਜੀਵਨ ਝਾਤ ਮਾਰ ਕੇ ਵੇਖਣਾ ਪੈਣਾ ਆ। ਅਸੀਂ ਵੇਖੋ ਬਾਹਰੀ ਤੌਰ 'ਤੇ ਕਿੰਨੀ ਤਰੱਕੀ ਕਰ ਲਈ ਆ, ਕਿੰਨੀਆਂ ਸਹੂਲਤਾਂ ਮਿਲ ਗਈਆਂ, ਇਲੈਕਟ੍ਰੋਨਿਕ ਚੀਜ਼ਾਂ ਆ ਗਈਆਂ, ਕੰਪਿਊਟਰ ਯੁੱਗ ਆ ਚੁੱਕਾ ਆ, ਮਸ਼ੀਨਰੀ ਯੁੱਗ ਆ ਚੁੱਕਾ ਆ। ਹਰ ਰੋਜ਼ ਨਵੀਂ ਤੋਂ ਨਵੀਂ ਚੀਜ਼ ਚੱਲ ਰਹੀ ਆ, ਬਦਲ ਰਹੀ ਆ। ਪਰ ਗੁਰੂ ਪਿਆਰ ਵਾਲਿਓ, ਸਾਡਾ ਜੀਵਨ ਤਾਂ ਉੱਥੇ ਖੜਾ ਆ। ਜੇਕਰ ਅਸੀਂ ਪਹਿਲਾਂ ਵੀ ਦਾਜ ਦੀ ਮੰਗ ਕਰਦੇ ਸੀ, ਅੱਜ ਪੜ੍ਹੇ ਲਿਖੇ ਹੋਣ ਕਰਕੇ ਵੀ ਦਾਜ ਦੀ ਮੰਗ ਕਰੀ ਜਾ ਰਹੇ ਹਾਂ। ਜੇਕਰ ਪਹਿਲੇ ਸਮਿਆਂ ਵਿੱਚ ਧੀਆਂ ਨੂੰ ਕਤਲ ਕੀਤਾ ਜਾਂਦਾ ਸੀ ਕੁੱਖ ਦੇ ਵਿੱਚ, ਤੇ ਅੱਜ ਪੜ੍ਹੇ ਲਿਖੇ ਹੋ ਕੇ ਵੀ ਅਸੀਂ ਕੁੱਖ ਦੇ ਵਿੱਚ ਧੀਆਂ ਨੂੰ ਕਤਲ ਕਰ ਰਹੇ ਹਾਂ, ਭਰੂਣ ਹੱਤਿਆ ਕਰ ਰਹੇ ਹਾਂ। ਅੱਜ ਵੀ ਸਾਨੂੰ ਘਰ ਦੇ ਵਿੱਚ ਧੀਆਂ ਪਸੰਦ ਨਹੀਂ, ਚੰਗੀਆਂ ਨਹੀਂ ਲੱਗਦੀਆਂ। ਤੇ ਗੁਰੂ ਪਿਆਰ ਵਾਲਿਓ, ਫਿਰ ਨਵਾਂ ਸਾਲ ਕਿਵੇਂ ਮੁਬਾਰਕ ਹੋ ਗਿਆ? ਨਵਾਂ ਸਾਲ ਸਾਡਾ ਮਨਾਇਆ ਹੋਇਆ ਮੁਬਾਰਕ ਉਦੋਂ ਹਾਂ ਜਦੋਂ ਸਾਡੀ ਸੋਚ ਬਦਲ ਗਈ, ਸਾਡੀ ਵਿਚਾਰ ਬਦਲ ਗਈ, ਜਦੋਂ ਸਾਡਾ ਜੀਵਨ ਚੰਗਾ ਬਣ ਗਿਆ, ਸੋਹਣਾ ਬਣ ਗਿਆ। ਫਿਰ ਸਾਡਾ ਜੀਵਨ ਜਿਹੜਾ ਇਹ ਨਵਾਂ ਸਾਲ ਜਿਹੜਾ ਮਨਾਇਆ ਹੋਇਆ ਮੁਬਾਰਕ ਆ। ਇਹ ਬਦਲਣਾ ਕਿਵੇਂ ਆ? ਸਾਹਿਬ ਮੇਰਾ ਨੀਤ ਨਵਾ, ਕਿਉਂਕਿ ਮੇਰਾ ਸਾਹਿਬ ਨਵਾਂ ਆ।
इस करके गुरु नाल जुड़ांगे, फिर ये साडा जीवन जिहड़ा सोहना बनेगा, बदलेगा, फिर साडे जीवन 'च तब्दीली आवेगी। गुरु प्यार वालिओ पातशाह जी बचन करते ने, संजोग विजोग दोए कार चलावें। मालिक जी बचन करते हैं संजोग ते विजोग। संजोग का मतलब की होंदा? आपस विच मिलना। विजोग का मतलब विछड़ना। पातशाह जी कहते सारा संसार की कार कहते इस तरह चल रही है। कोई संसार विच आ रहा या कोई मिल रहा या कोई विछड़ के जा रहा या। पर गुरु प्यार वालिओ जिहड़ा गुरु के चरनां नाल जुड़ गया उहदा जीवन मालिक नाल जुड़ गया। गुरु की विचार सुन ली जीवन जुड़ गया। जिहड़ा नहीं जुड़िया उहदा जीवन विछड़ गया। लेखे आवे भाग कहंदे जिहो जे कर्म करांगे उहो जे साडे भाग बनणगे। साडे कीते कर्मां दे मुताबिक ही साडा जीवन गुरु नाल जुड़ेगा। तो जेकर असीं चंगे काम करांगे जुड़ जावांगे, जेकर साडे कर्म चंगे नहीं होणगे फिर साडा जीवन जुड़ेगा नहीं। मालिक जी कहंदे साडे कीते कर्मां दे मुताबिक सानूं दुख भोगणे पै रहे आ। जिहो जे काम करांगे सानूं फल भी उहो जिहा मिलेगा। पातशाह जी बचन करदे ना, एक ना हुक्मी बख्शीश एक हुक्मी सदा भवाईएं। हुक्मी उत्तम नीच हुक्म लिख दुख सुख पाईएं। हुक्म विच चलांगे तो सुख आ, ते नहीं चलांगे तो जीवन च दुख आ। इस तरह साडे भाग बनने। भाग कोई पिछों बन के नहीं आउंदे कि साडे भागां च होवेगा असीं गुरबाणी पढ़ लवांगे, साडे भागां च होवेगा असीं चंगे काम कर लवांगे, साडे भागां च होवेगा असीं फिर गुरु वाले बन जावांगे। जदों गुरु वाले बनना उदों असीं भाग वेखदे हां। ते गुरु प्यार वाले जदों असीं परिवार नूं पालना होवे उदों कदी नहीं आखे कि भाई भागां च होवांगे असीं काम कर लवांगे, परिवार नूं पाल लवांगे। गुरु प्यार वालिओ भाग जिहड़े सानूं आप बनाउणे पैणे। हुण तुसीं सारे अपने घर विचों उठ के आए हो, उद्यम कीता ना, उद्यम करके उठे, इशनान पानी करके आए, गुरु कोल हाज़री भरी, हुण ये तुहाडे भाग बन गए। ये भाग तुसीं आप बनाए आ, आप तुसीं उद्यम कीता आ। बने बनाए भाग कितों नहीं मिलने। ये सानूं आप चंगे भाग बनाउणे पैणे आ। गुरु की संगत जावांगे फिर साडे चंगे भाग बनणगे। मालिक जी कहंदे ने आदेश तिसै आदेश। पातशाह जी कहंदे उस अकाल पुरख वाहिगुरू अगे प्रणाम करो, नमस्कार करो। किस अगे? आद अनील, जिहड़ा परमात्मा मुੱਢ तो आ, शुरू तो आ, जिहदा निवास अनील। पातशाह जी कहंदे जिहड़ा शुद्ध स्वरूप है, जिहड़ा पवित्र है, अनाद अनाहत कहंदे जिहड़ा नाश होने वाला नहीं है, जिहड़ा सारे संसार विच एक रस वस रहा है, जिहड़ा अविनाशी है, जुग जुग एको वेस। पातशाह जी कहंदे जिहड़ा जुगा जुगांतरां तो शुरू तो इक्को रस चल रहा आ, जिहड़ा इक्को जिहा रह रहा आ, जिहदे विच कोई बदलाव नहीं है। गुरु प्यार वालिओ उस मालिक नाल जुड़िए। गुरु प्यार वालिओ उस अकाल पुरख की रची हुई कुदरत भी चल रही आ, उहदी कुदरत भी बदल रही आ। वेखो तुसीं कुदरत बदलदी ना, रुत्तां आउंदियां ने, पतझड़ रुत्त आ जांदी आ, फिर जिहड़ी हुण बसंत रुत्त आ जांदी आ, फिर पत्ते जिहड़े झड़ जांदे आ, फिर पत्ते हरे हो जांदे आ। कुदरत भी बदल रही आ, हर रोज़ कुदरत नवीं हो रही आ। गुरु प्यार वाले साडा जीवन क्यों नहीं बदल रहा? असीं गुरु कोल भी आ रहे फिर भी साडा जीवन उत्थे खड़ा आ। गुरु कोल आके असीं फिर भी नशा भी करी जा रहे हैं, फिर भी निंदिया, फिर भी ईर्खा। गुरु प्यार वाले गुरु कोल आउण दा अर्थ की आ कि असीं इत्थे आके जीवन बदलना। जे असीं जीवन बदल लिया फिर साडा गुरु कोल भावें तू एक बारी आ जाए, जे जीवन बदल गया तो फिर तेरा गुरु कोल एक बारी आना भी सफल आया। जे गुरु कोल तेरे को 40 साल तेनू गुरु घर आउंदियां हो गए, 40 साल 30 साल हो गए, किसी को 20 साल हो गए गुरु घर आउंदियां, पर जेकर जीवन च बदलाव ही नहीं आया, जे साडे सुभाਅ च नहीं फर्क पिया, साडे कर्मां च नहीं फर्क पिया, फिर साडे 40 साल तो असीं टाइम ही वेस्ट किया, समय खराब किया, फिर साडा आउण दा फायदा नहीं होया। गुरु कोल आउण दा मकसद की आ? गुरुद्वारे आउण दा मकसद की है कि गुरु की मत लैण वास्ते आउणा, ना कि देण वास्ते आउणा। किसी गुरु कोल मत लैण चले आ, गुरु कोल समझ लैण चंगे आ। फिर गुरु प्यार वालिओ साडा जीवन सफला होवेगा। साडा नवां साल भी मुबारक उदों होवेगा जदों साडी सोच भी नवीं बन जावेगी, जदों असीं काम भी चंगे करांगे, सोहणे काम करांगे, फिर साडा जिहड़ा इह नवां साल मुबारक आ। सतगुरु जी किरपा रहमत करन। विचारां करदियां भुलां दी खिमा, फतेह नाल सांझ पाइए, गज के आखो वाहिगुरू जी का खालसा वाहिगुरू जी की फतेह।